ਇਤਿਹਾਸ ਦੀਆਂ ਵਿਚਾਰਾਂ ਦੇ ਨਾਲ ਆਪਾਂ ਸਾਂਝ ਪਾਈਏ। ਜਿੱਥੇ ਅੱਜ ਲੜੀਵਾਰ ਇਤਿਹਾਸ ਗੁਰੂ ਨਾਨਕ ਪਾਤਸ਼ਾਹ ਜੀ ਦੇ ਜੀਵਨ ਦੀ ਬਾਤ ਆਪਾਂ ਕਰਨੀ ਹੈ, ਉੱਥੇ ਨਾਲ ਨਾਲ ਅੱਜ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਜੀ ਕੇ ਜੀਵਨ ਦੇ ਵਿੱਚੋਂ ਵੀ ਮਾਲਕ ਜੀ ਕੇ ਬਖਸ਼ਿਸ਼ ਕੀਤੇ ਹੋਏ ਉਪਦੇਸ਼, ਸਤਿਗੁਰੂ ਜੀ ਦੀਆਂ ਬਖਸ਼ਿਸ਼ ਕੀਤੀਆਂ ਹੋਈਆਂ ਸਿੱਖਿਆਵਾਂ ਨੂੰ ਆਪਾਂ ਪੱਲੇ ਬੰਨ੍ਹਣ ਦੀ ਕੋਸ਼ਿਸ਼ ਯਤਨ ਕਰਨਾ ਹੈ। ਕੱਲ੍ਹ ਦੇ ਦੀਵਾਨਾਂ ਅੰਦਰ ਆਪ ਸੰਗਤ ਨੇ ਇੱਥੋਂ ਤੱਕ ਇਤਿਹਾਸ ਗੁਰੂ ਨਾਨਕ ਸਾਹਿਬ ਜੀ ਦਾ ਸਰਵਣ ਕੀਤਾ ਸੀ ਕਿ ਮਾਲਕ ਜੀ ਭਾਈ ਬਾਲਾ ਜੀ ਔਰ ਮਰਦਾਨਾ ਜੀ ਦੇ ਨਾਲ ਸਤਿਗੁਰੂ ਜੀ ਦਾ ਫਿਰ ਮਿਲਾਪ ਸਿੱਧਾਂ ਦੇ ਨਾਲ ਹੁੰਦਾ ਹੈ, ਜੋਗੀਆਂ ਨਾਲ ਹੁੰਦਾ ਹੈ। ਔਰ ਉਹਨਾਂ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਕੀ ਪਰਖ ਕਰਦਿਆਂ ਹੋਇਆਂ ਗੁਰੂ ਨਾਨਕ ਪਾਤਸ਼ਾਹ ਦੇ ਅੱਗੇ ਆਪਣੀ ਮਤ ਅਨੁਸਾਰੀ ਉਹਨਾਂ ਨੇ ਪ੍ਰੀਖਿਆ ਰੱਖੀ ਔਰ ਇੱਕ ਤਿਲ ਗੁਰੂ ਸਾਹਿਬ ਜੀ ਦੇ ਸਨਮੁਖ ਕਰਕੇ ਤੇ ਆਖਦੇ ਵੀ ਆਪ ਜੀ ਵੰਡ ਕੇ ਛਕਣ ਦਾ ਉਪਦੇਸ਼ ਦਿੰਦੇ ਹੋ, ਦੱਸੋ ਇਸ ਤਿਲ ਨੂੰ ਵੰਡ ਕੇ ਕਿਵੇਂ ਛਕੋਗੇ। ਸਾਹਿਬ ਜੀ ਨੇ ਉੱਥੇ ਆਪਣੀ ਦੂਰ ਅੰਦੇਸੀ ਦੇ ਨਾਲ ਔਰ ਵਿਸ਼ਾਲ ਮਤ ਦੇ ਸਦਕਾ ਉਹ ਤਿਲ ਲੈ ਕੇ ਤੇ ਉਹਨਾਂ ਦੇ ਉੱਥੇ ਪਿਆ ਹੋਇਆ ਦੌਰੀ ਡੰਡਾ ਕੁੰਡਾ ਸੋਟਾ ਰੂਪ ਵਿੱਚ ਜੋ ਉਹ ਵਰਤਦੇ ਨੇ, ਉਹਦੇ ਵਿੱਚ ਉਹ ਤਿਲ ਪੀਸ ਕੇ ਤੇ ਉਹਨੂੰ ਜਲ ਨਾਲ ਭਰ ਲੈਂਦੇ ਤੇ ਭਾਈ ਮਰਦਾਨਾ ਜੀ ਨੂੰ ਵਰਤਾ ਕੇ ਸਭਨਾਂ ਨੂੰ ਵਰਤਾਉਣ ਵਾਸਤੇ ਉਹ ਆਖ ਦਿੰਦੇ। ਔਰ ਸਤਿਗੁਰੂ ਜੀ ਨੇ ਇਹ ਕੌਤਕ ਵਰਤਾ ਕੇ ਉੱਥੇ ਇਸ ਬਾਤ ਦਾ ਪ੍ਰਗਟਾਵਾ ਕੀਤਾ ਕਿ ਜਿਹੜਾ ਰੱਬੀ ਪਿਆਰਾ ਹੈ ਨਾ, ਉਸ ਰੱਬੀ ਪਿਆਰੇ ਦੇ ਗੁਣਾਂ ਦਾ ਜ਼ਿਕਰ ਜਿਹੜਾ ਸਤਿਗੁਰੂ ਜੀ ਨੇ ਬਾਣੀ ਵਿੱਚ ਕੀਤਾ, ਮਾਣ ਹੁੰਦੇ ਹੋਏ ਨਿਮਾਣਾ, ਤਾਣ ਹੁੰਦਾ ਹੋਏ ਨਿਤਾਣਾ, ਅਣ ਹੁੰਦਾ ਆਪ ਵੰਡਾਏ ਉਹ ਐਸਾ ਭਗਤ ਸਦਾਏ। ਸਤਿਗੁਰੂ ਜੀ ਨੇ ਇਸ ਬਾਤ ਦਾ ਉੱਥੇ ਪ੍ਰਗਟਾਵਾ ਵੀ ਜੇ ਸਾਡੀ ਮੱਤ ਸਾਡੀ ਬਿਰਤੀ ਵੰਡ ਕੇ ਛਕਣ ਵਾਲੀ ਹੈ ਤੇ ਦੁਨੀਆ ਦੀ ਕੋਈ ਐਸੀ ਵਸਤੂ ਕੋਈ ਐਸਾ ਪਦਾਰਥ ਨਹੀਂ ਜਿਹੜਾ ਵੰਡ ਕੇ ਨਾ ਛਕਿਆ ਜਾ ਸਕੇ। ਉੱਥੇ ਸਾਹਿਬ ਨੇ ਇਸ ਗੱਲ ਦਾ ਪ੍ਰਗਟਾਵਾ ਕਰਕੇ ਜੋਗੀਆਂ ਨੂੰ ਇੱਕ ਹੈਰਾਨੀਜਨਕ ਕੌਤਕ ਸਤਿਗੁਰੂ ਜੀ ਨੇ ਵਰਤਾ ਕੇ ਵਿਖਾਇਆ। ਸਾਰੇ ਬੜੇ ਹੈਰਾਨ ਹੋਏ। ਫਿਰ ਮਾਲਕ ਪਾਤਸ਼ਾਹ ਜੀ ਦੇ ਨਾਲ ਉਹਨਾਂ ਵਿਚਾਰ ਚਰਚਾ ਕੀਤੀ। ਸਤਿਗੁਰੂ ਜੀ ਨਾਲ ਵਿਚਾਰ ਚਰਚਾ ਕਰਦਿਆਂ ਹੋਇਆਂ ਉਹ ਕਈ ਤਰ੍ਹਾਂ ਦੇ ਸਵਾਲ ਗੁਰੂ ਨਾਨਕ ਸਾਹਿਬ ਅੱਗੇ ਰੱਖਦੇ ਔਰ ਮਾਲਕ ਪਾਤਸ਼ਾਹ ਜੀ ਉਹਨਾਂ ਸਵਾਲਾਂ ਦੇ ਜਵਾਬ ਉਹਨਾਂ ਨੂੰ ਦਿੰਦੇ ਨੇ, ਜਿਨ੍ਹਾਂ ਦੇ ਵਿੱਚ ਉਹਨਾਂ ਨੇ ਕੱਲ੍ਹ ਇਹ ਸਵਾਲ ਕੀਤਾ ਸੀ ਵੀ ਤੁਸੀਂ ਦੱਸੋ ਵੀ ਤੁਸੀਂ ਕਿਹਨਾਂ ਦੇ ਸੇਵਕ ਹੋ, ਤੁਸੀਂ ਕਿਹੜੀ ਸਿੱਖੀ ਧਾਰਨ ਕੀਤੀ ਹੈ ਔਰ ਇਹ ਸਾਰੀ ਦੀ ਸਾਰੀ ਤਾਕਤ ਸੱਤਾ ਤੁਹਾਡੇ ਕੋਲ ਕਿਵੇਂ ਆਈ ਹੈ। ਤੇ ਉਸ ਵਕਤ ਮਾਲਕ ਪਾਤਸ਼ਾਹ ਜਵਾਬ ਦਿੰਦਿਆਂ ਕਹਿੰਦੇ, ਮਨ ਬਚ ਕਰਮ ਕਰਕੇ ਮੈਂ ਸੱਚ ਦਾ ਸੇਵਕ ਹਾਂ, ਸੱਚ ਦਾ ਸਿੱਖ ਹਾਂ ਔਰ ਆਪਣੇ ਜੀਵਨ ਦੇ ਅੰਦਰ ਮੈਂ ਜਿਹੜਾ ਗੁਰੂ ਹੈ ਉਹ ਸ਼ਬਦ ਨੂੰ ਧਾਰਨ ਕੀਤਾ ਹੈ, ਮਤਲਬ ਗਿਆਨ ਨੂੰ ਮੈਂ ਗੁਰੂ ਧਾਰਨ ਕੀਤਾ ਹੈ। ਮਨ ਬਚ ਕਰਮ ਕਰਕੇ ਮੈਂ ਸੱਚ ਦਾ ਸੇਵਕ ਹਾਂ, ਸੱਚ ਦਾ ਸਿੱਖ ਹਾਂ। ਇਸ ਤਰੀਕੇ ਜਦੋਂ ਸਤਿਗੁਰੂ ਜੀ ਨੇ ਜਵਾਬ ਦਿੱਤਾ, ਨਾਲੇ ਇਹ ਵੀ ਉਹਨਾਂ ਆਖਿਆ ਵੀ ਤੁਹਾਡੇ ਕੋਲ ਤਾਕਤ ਕਿੱਥੋਂ ਆਈ ਸਾਰੀ, ਉਹ ਕਹਿੰਦੇ ਵੀ ਤਾਕਤ ਮੇਰੀ ਨਹੀਂ, ਇਹ ਵੀ ਸਾਰੀ ਦੀ ਸਾਰੀ ਉਸੇ ਪਰਮੇਸ਼ਵਰ ਦੀ ਬਖਸ਼ੀ ਹੋਈ ਹੈ। ਇੱਥੋਂ ਤੱਕ ਇਤਿਹਾਸ ਆਪ ਸੰਗਤਾਂ ਨੇ ਕੱਲ੍ਹ ਦੇ ਦੀਵਾਨਾਂ ਅੰਦਰ ਸਰਵਣ ਕੀਤਾ ਸੀ। ਆਓ ਗੁਰੂ ਪਿਆਰ ਵਾਲਿਓ, ਅਗਾਂਹ ਧੰਨ ਗੁਰੂ ਨਾਨਕ ਸਾਹਿਬ ਜੀ ਕਿਵੇਂ ਉਹਨਾਂ ਸਾਰੇ ਸਿੱਧਾਂ ਦੇ ਨਾਲ ਜੋਗੀਆਂ ਨਾਲ ਵਿਚਾਰ ਚਰਚਾ ਕਰਦੇ ਔਰ ਕਿਵੇਂ ਮਾਲਕ ਪਾਤਸ਼ਾਹ ਜੀ ਉੱਥੋਂ ਅਗਾਂਹ ਚੱਲਦੇ ਨੇ, ਆਪਾਂ ਅਗਲੇਰੇ ਪ੍ਰਸੰਗ ਦੇ ਨਾਲ ਸਾਂਝ ਪਾਈਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਕਰਨ, ਆਪਣਾ ਮਿਹਰ ਭਰਿਆ ਹੱਥ ਸਿਰ 'ਤੇ ਰੱਖਣ। ਮਾਲਕ ਪਾਤਸ਼ਾਹ ਜੀ ਆਪ ਰਸਨਾ ਉੱਤੇ ਵਰਤ ਕੇ ਆਪਣੇ ਇਤਿਹਾਸ ਦੀਆਂ ਵਿਚਾਰਾਂ ਸਤਿਗੁਰੂ ਜੀ ਆਪ ਕਰਵਾ ਲੈਣ ਔਰ ਆਪ ਸਰਬੱਤ ਸੰਗਤ ਬਖਸ਼ੋ ਅਸੀਸ, ਕੋਈ ਰਸਨਾ ਵਾਂਝੀ ਨਾ ਰੱਖੇ। ਤੋਂ ਵੀ ਹੱਥ ਜੋੜ ਆਪਣੀਆਂ ਮਨ ਔਰ ਬਿਰਤੀਆਂ ਨੂੰ ਇਕਾਗਰ ਕਰਦਿਆਂ ਹੋਇਆਂ ਲਵਾਓ ਗੁਰੂ ਚਰਨਾਂ ਵਿੱਚ ਹਾਜ਼ਰੀ। ਅਦਬ ਸਹਿਤ ਸਰਬੱਤ ਸੰਗਤ ਮਿਲ ਕਰਕੇ ਸਤਿਗੁਰੂ ਜੀ ਕੀ ਬਖਸ਼ੀ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਅੰਗਦ ਸੁਣ ਕਥਾ ਮਹਾਨੀ, ਤਹ ਗਮਨ ਕੀਨ ਗੁਣ ਖਾਨੀ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਰਚੇਤਾ ਸ਼੍ਰੀ ਨਾਨਕ ਪ੍ਰਕਾਸ਼, ਉਹਨਾਂ ਨੇ ਇਤਿਹਾਸ ਦੀ ਲੜੀ ਨੂੰ ਅਗਾਂਹ ਤੋਰਿਆ ਔਰ ਲੜੀ ਨੂੰ ਜੋੜਦਿਆਂ ਹੋਇਆਂ ਕਵੀ ਜੀ ਨੇ ਜ਼ਿਕਰ ਕੀਤਾ ਵੀ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਜੀ, ਉਹ ਆਪ ਜੀ ਹੁਣ ਸਾਰੀ ਦੀ ਸਾਰੀ ਜਿਹੜੀ ਵਾਰਤਾ ਹੈ ਉੱਥੋਂ ਦੀ ਉਹ ਗੁਣਾਂ ਦੀ ਖਾਣ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੀ ਹੋਈ, ਉੱਥੇ ਵਿਚਾਰ ਚਰਚਾ ਬਾਰੇ ਆਪ ਜੀ ਸਰਵਣ ਕਰੋ। ਔਰ ਉਹਨਾਂ ਦੇ ਉੱਥੇ ਜੋਗੀਆਂ ਨਾਲ ਜਿਹੜੀ ਵਿਚਾਰ ਚਰਚਾ ਹੋਈ ਉਹਦੇ ਬਾਰੇ ਵਿੱਚ ਫਿਰ ਜ਼ਿਕਰ ਕਰਦਿਆਂ ਹੋਇਆਂ ਕਵੀ ਜੀ ਨੇ ਜ਼ਿਕਰ ਕੀਤਾ ਵੀ ਮਾਲਕ ਪਾਤਸ਼ਾਹ ਜੀ ਨੇ ਉੱਥੇ ਬੈਠ ਕੇ ਜੋਗੀਆਂ ਦੇ ਨਾਲ ਉਹਨਾਂ ਦੀ ਮਤ ਦੇ ਅਨੁਸਾਰ, ਉਹਨਾਂ ਦੇ ਧਰਮ ਤੇ ਉਹਨਾਂ ਦੇ ਮਜ਼ਹਬ ਦੇ ਮੁਤਾਬਕ ਸਤਿਗੁਰੂ ਜੀ ਨੇ ਹਰ ਜੋਗ ਮਤ ਦਾ ਪੱਖ ਉਹਨਾਂ ਸਾਹਮਣੇ ਰੱਖਿਆ। ਜਿਵੇਂ ਉਹ ਕੰਨਾਂ ਵਿੱਚ ਮੁੰਦਰਾਂ ਪਾ ਕੇ, ਹੱਥਾਂ ਵਿੱਚ ਖਿੰਥਾ ਲੈ ਕੇ, ਝੋਲੀ ਲੈ ਕੇ, ਹੋਰ ਕਈ ਤਰ੍ਹਾਂ ਦੀਆਂ ਵਸਤੂਆਂ ਔਰ ਪਦਾਰਥ ਲੈ ਕੇ ਆਪਣੇ ਆਪ ਨੂੰ ਜੋਗੀ ਅਖਵਾਉਣ ਲੱਗ ਗਏ। ਔਰ ਇੱਥੋਂ ਤੱਕ ਕਿਉਂਕਿ ਜਦੋਂ ਆਪਾਂ ਸਿੱਧ ਗੋਸ਼ਟ ਦੀ ਬਾਣੀ ਪੜ੍ਹਦੇ ਹਾਂ ਨਾ ਗੁਰੂ ਨਾਨਕ ਸਾਹਿਬ ਜੀ ਦੀ, ਉਦੋਂ ਉਹ ਬਾਣੀ ਦੇ ਰਾਹੀਂ ਵੀ ਇਸ ਗੱਲ ਦਾ ਪ੍ਰਗਟਾਵਾ ਹੁੰਦਾ ਹੈ ਵੀ ਸਿੱਧਾਂ ਨੇ ਗੁਰੂ ਨਾਨਕ ਸਾਹਿਬ ਅੱਗੇ ਆਪਣੀਆਂ ਕਰਾਮਾਤਾਂ ਵੀ ਵਿਖਾਈਆਂ। ਕਰਾਮਾਤਾਂ ਜਿਹੜੀਆਂ ਵਿਖਾ ਰਹੇ ਨੇ ਉਹਦੇ ਵਿੱਚ ਉਹਨਾਂ ਨੇ ਬਹੁਤ ਕੁਝ ਦਿਖਾਇਆ। ਜਿਵੇਂ ਉਹਨਾਂ ਨੇ ਕਰਾਮਾਤ ਵਿਖਾਉਂਦਿਆਂ ਕਦੇ ਆਪਣੇ ਸਰੀਰ ਨੂੰ ਵੱਡਿਆਂ ਕਰ ਲੈਣਾ, ਕਦੇ ਫਿਰ ਛੋਟਿਆਂ ਕਰ ਲੈਣਾ, ਕਦੇ ਅਲੋਪ ਹੋ ਜਾਣਾ, ਕਦੇ ਅਚਾਨਕ ਜਾ ਕੇ ਫਿਰ ਪ੍ਰਗਟ ਹੋ ਜਾਣਾ, ਕਦੇ ਹਵਾ ਦੇ ਵਿੱਚ ਆਪਣੇ ਸਰੀਰ ਨੂੰ ਉਡਾਉਣ ਲੱਗ ਜਾਣਾ। ਇੱਦਾਂ ਦੀਆਂ ਉਹ ਕਰਾਮਾਤਾਂ ਕਰਦੇ ਜਿਨ੍ਹਾਂ ਨੂੰ ਆਪਾਂ ਰਿਧੀਆਂ ਸਿੱਧੀਆਂ ਕਹਿੰਦੇ ਹਾਂ। ਉਹਨਾਂ ਨੇ ਉਹ ਸਾਰੀਆਂ ਰਿਧੀਆਂ ਸਿੱਧੀਆਂ ਕਰਕੇ ਤੇ ਗੁਰੂ ਨਾਨਕ ਸਾਹਿਬ ਉੱਤੇ ਆਪਣਾ ਪ੍ਰਭਾਵ ਪਾਉਣਾ ਚਾਹਿਆ ਵੀ ਸ਼ਾਇਦ ਗੁਰੂ ਨਾਨਕ ਸਾਹਿਬ ਸਾਡੇ ਇਹਨਾਂ ਕੌਤਕਾਂ ਨੂੰ ਵੇਖ ਕੇ ਤੇ ਸਾਡੀਆਂ ਕਰਾਮਾਤਾਂ ਨੂੰ ਵੇਖ ਕੇ ਸਤਿਗੁਰੂ ਜੀ ਸਾਡੇ ਉੱਤੇ ਜਿਹੜਾ ਉਹ ਭਰੋਸਾ ਕਰ ਲੈਣ ਤੇ ਸਾਡੇ ਅਧੀਨ ਆ ਜਾਣਗੇ ਔਰ ਸਾਡੀ ਮਤ ਨੂੰ ਅਪਣਾ ਲੈਣਗੇ। ਔਰ ਮਾਲਕ ਪਾਤਸ਼ਾਹ ਜੀ ਨੇ ਜਦੋਂ ਉਹਨਾਂ ਦੀਆਂ ਕਰਾਮਾਤਾਂ ਨੂੰ ਉਸ ਥਾਂ ਦੇ ਉੱਤੇ ਕੇਵਲ ਇੱਕ ਕੌਤਕ ਕਹਿ ਕੇ ਸੰਬੋਧਨ ਕੀਤਾ ਔਰ ਨਾਲ ਗੁਰੂ ਸਾਹਿਬ ਨੇ ਸੱਚੇ ਨਾਮ ਦੀ ਕਰਾਮਾਤ ਦੀ ਗੱਲ ਕੀਤੀ ਵੀ ਇੱਕ ਅਕਾਲ ਪੁਰਖ ਪਰਮੇਸ਼ਵਰ ਦੀ ਐਸੀ ਬੰਦਗੀ ਹੈ ਜਿਹੜੀ ਅਸਲ ਦੇ ਵਿੱਚ ਕਰਾਮਾਤ ਹੈ, ਉਹਦੇ ਤੋਂ ਬਿਨਾਂ ਕੋਈ ਦੂਜੀ ਨਹੀਂ। ਤੇ ਜਦੋਂ ਉਹਨਾਂ ਜੋਗੀਆਂ ਦੇ ਕੀਤੇ ਹੋਏ ਸਵਾਲਾਂ ਦੇ ਜਵਾਬ ਗੁਰੂ ਨਾਨਕ ਸਾਹਿਬ ਦਿੰਦੇ ਨੇ ਤੇ ਸਾਰੇ ਜੋਗੀ ਬੜੇ ਹੈਰਾਨ ਨੇ ਔਰ ਹੈਰਾਨ ਹੋ ਕੇ ਉਹ ਜਿਹੜੇ ਮਤ ਲੈ ਕੇ ਬੈਠੇ ਸਨ ਵੀ ਅਸੀਂ ਗੁਰੂ ਨਾਨਕ ਸਾਹਿਬ ਨੂੰ ਆਪਣੇ ਅੱਗੇ ਨਿਭਾਉਣਾ, ਉਹਨਾਂ ਸਭਨਾਂ ਨੂੰ ਧੰਨ ਗੁਰੂ ਨਾਨਕ ਸਾਹਿਬ ਅੱਗੇ ਨਿਭਣਾ ਪਿਆ। ਔਰ ਜਿਹਨੂੰ ਭਾਈ ਗੁਰਦਾਸ ਜੀ ਨੇ ਫਿਰ ਬੜੇ ਪਿਆਰੇ ਲਫ਼ਜ਼ਾਂ ਵਿੱਚ ਜ਼ਿਕਰ ਕਰਦਿਆਂ ਲਿਖਿਆ, ਸਿੱਧ ਬੋਲਣ ਸ਼ੁਭ ਬਚਨ ਧੰਨ ਨਾਨਕ ਤੇਰੀ ਵੱਡੀ ਕਮਾਈ। ਉਹ ਸਾਰੇ ਦੇ ਸਾਰੇ ਸਿੱਧ, ਜਿਵੇਂ ਉਹਨਾਂ ਦਾ ਪ੍ਰਸਿੱਧ ਪ੍ਰਮੁੱਖ ਅਸਥਾਨ ਸੀ ਜਿਹਨੂੰ ਉਹ ਗੋਰਖ ਮਾਤਾ ਕਹਿ ਕੇ ਨਿਵਾਜਦੇ। ਪਰ ਜਦੋਂ ਮਾਲਕ ਪਾਤਸ਼ਾਹ ਜੀ
ਜੀ ਨਾਲ ਮਿਲਾਪ ਹੋਇਆ, ਸਾਹਿਬ ਨਾਲ ਵਿਚਾਰ ਚਰਚਾ ਹੋਈ। ਵਿਚਾਰ ਚਰਚਾ ਤੋਂ ਬਾਅਦ ਵਿੱਚ ਸਭਨਾਂ ਨੇ, ਉਹ ਗੋਰਖ ਉਹਨਾਂ ਦਾ ਗੁਰੂ ਹੈ ਜਿਹਦੇ ਅੱਗੇ ਸਾਰੇ ਜੋਗੀ ਆ ਕੇ ਨਿਭਦੇ ਨੇ। ਪਰ ਜਦੋਂ ਗੋਰਖਨਾਥ ਵੀ ਧੰਨ ਗੁਰੂ ਨਾਨਕ ਸਾਹਿਬ ਅੱਗੇ ਨਿਭ ਗਿਆ, ਭੰਗਰਨਾਥ ਗੁਰੂ ਨਾਨਕ ਸਾਹਿਬ ਅੱਗੇ ਨਿਭ ਗਿਆ, ਇਹ ਸਾਰੇ ਜਦੋਂ ਧੰਨ ਗੁਰੂ ਨਾਨਕ ਸਾਹਿਬ ਅੱਗੇ ਨਿਭ ਗਏ ਨਾ, ਤੇ ਉਸੇ ਅਸਥਾਨ ਦਾ ਨਾਮ ਬਦਲ ਕੇ ਗੋਰਖ ਮਤੇ ਤੋਂ ਫਿਰ ਨਾਨਕ ਮਤਾ ਸਾਹਿਬ ਕਰਦੇ ਨੇ। ਔਰ ਉਹਨਾਂ ਸਭਨਾਂ ਨੂੰ ਧੰਨ ਗੁਰੂ ਨਾਨਕ ਸਾਹਿਬ ਅੱਗੇ ਨਿਭਣਾ ਪਿਆ, ਕਿਉਂਕਿ ਮਾਲਕ ਜੀ ਨੇ ਉਹ ਕਰਾਮਾਤਾਂ ਨਹੀਂ ਵਿਖਾਈਆਂ ਜਿਹੜੀਆਂ ਕਰਾਮਾਤਾਂ ਸਿੱਧ ਵਿਖਾ ਰਹੇ ਸਨ। ਸਤਿਗੁਰੂ ਜੀ ਨੇ ਉਹ ਕਰਾਮਾਤ ਵਿਖਾਈ ਜਿਹੜੀ ਕਰਾਮਾਤ ਆਮ ਸ਼ਖਸ ਦੇ ਜੀਵਨ ਵਿੱਚ ਉਦੋਂ ਆਉਂਦੀ ਹੈ ਜਦੋਂ ਜੀਵ ਗਿਆਨ ਦੀ ਦਾਤ ਹਾਸਲ ਕਰਦਾ ਹੈ। ਉਹ ਕਰਾਮਾਤ ਸਾਡੇ ਕੋਲ ਵੀ ਹੈ, ਇਹ ਨਹੀਂ ਵੀ ਉਹ ਕਰਾਮਾਤ ਸਾਡੇ ਕੋਲ ਨਹੀਂ, ਅੱਜ ਵੀ ਉਹ ਕਰਾਮਾਤ ਹੈ, ਬਸ ਉਹ ਕਰਾਮਾਤ ਹੈ ਗਿਆਨ। ਜਦੋਂ ਗਿਆਨ ਆਉਂਦਾ ਨਾ, ਤੇ ਗਿਆਨ ਦੇ ਰਾਹੀਂ ਜਦੋਂ ਜੀਵਨ ਵਿੱਚ ਤਬਦੀਲੀ ਆਉਂਦੀ ਹੈ, ਜੀਵਨ ਵਿੱਚ ਬਦਲਾਵ ਆਉਂਦਾ ਹੈ, ਉਹ ਜੀਵਨ ਵਿੱਚਲਾ ਬਦਲਾਵ ਹੀ ਬਸ ਕਰਾਮਾਤ ਅਖਵਾਉਂਦਾ। ਕਰਾਮਾਤ ਦਾ ਕਿਉਂ? ਕਰਾਮਾਤ ਦਾ ਮਤਲਬ ਕੀ ਹੈ? ਇੱਕੋ ਦਮ ਅਚਾਨਕ ਚੱਕ ਸਭ ਕੁਝ ਬਦਲ ਜਾਣਾ, ਉਹਨੂੰ ਕਰਾਮਾਤ ਕਿਹਾ ਜਾਂਦਾ। ਹਾਲਾਤ ਬਦਲ ਜਾਣੇ, ਵਸਤੂ ਦਾ ਬਦਲ ਜਾਣਾ, ਪਦਾਰਥ ਦਾ ਬਦਲ ਜਾਣਾ, ਇਹਨਾਂ ਨੂੰ ਕਰਾਮਾਤ ਕਿਹਾ। ਤੇ ਜਦੋਂ ਇਨਸਾਨ ਇੱਕ ਜੀਵਨ ਜਿਉਂ ਰਿਹਾ ਹੈ, ਕਠੋਰਤਾ ਭਰਿਆ, ਮਲ ਭਰਿਆ ਜੀਵਨ ਜਿਹੜਾ ਜਿਉਂ ਰਿਹਾ, ਜਦੋਂ ਉਹਦੇ ਜੀਵਨ ਦੇ ਅੰਦਰ ਕੋਮਲਤਾ ਦਾ ਆ ਜਾਣਾ, ਉਹਦੇ ਜੀਵਨ ਦੇ ਅੰਦਰ ਨਿਰਮਲਤਾਈ ਦਾ ਆ ਜਾਣਾ, ਸਾਰੀ ਦੀ ਸਾਰੀ ਮੈਲ ਤੋਂ ਛੁਟਕਾਰਾ ਹੋ ਜਾਣਾ, ਅਚਾਨਕ ਚੱਕ ਹਾਲਾਤ ਵੀ ਬਦਲ ਗਏ, ਅਚਾਨਕ ਚੱਕ ਸਮਾਂ ਵੀ ਬਦਲ ਗਿਆ, ਤੇ ਅਚਾਨਕ ਚੱਕ ਜੀਵਨ ਵੀ ਬਦਲ ਗਿਆ। ਇਸੇ ਨੂੰ ਗੁਰੂ ਨਾਨਕ ਸਾਹਿਬ ਨੇ ਫਿਰ ਕਰਾਮਾਤ ਕਹਿ ਕੇ ਨਵਾਜਿਆ ਵੀ ਸਾਡੇ ਕੋਲ ਤੇ ਇੱਕ ਅਕਾਲ ਪੁਰਖ ਪਰਮੇਸ਼ਵਰ ਦੇ ਨਾਮ ਦੀ ਹੋਈ ਕਰਾਮਾਤ ਹੈ ਵੀ ਜਿਹਦੇ ਸਦਕਾ ਜੀਵਨਾਂ ਵਿੱਚ ਬਦਲਾਵ, ਜਿਹਨੂੰ ਆਪਾਂ ਫਿਰ ਗੁਰੂ ਨਾਨਕ ਸਾਹਿਬ ਜੀ ਕੇ ਪਾਵਨ ਬਚਨਾਂ ਰਾਹੀਂ ਪੜ੍ਹਦੇ ਨੇ, ਬਲਿਹਾਰੀ ਗੁਰ ਆਪਣੇ ਦਿਓ ਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਇਹ ਕਰਾਮਾਤ ਹੈ ਵੀ ਉਹ ਆਮ ਮਨੁੱਖ ਨੂੰ ਵੀ ਦੇਵਤਾ ਸਰੂਪ ਬਣਾ ਦਿੰਦੇ। ਦੇਵਤਾ ਸਰੂਪ ਮਤਲਬ ਚੰਗੇ ਗੁਣਾਂ ਦੇ ਮਾਲਕ। ਹੁਣ ਉਹ ਸਿੱਧ ਜੋਗੀ ਜਿਹੜੇ ਸਾਰੇ ਕਰਾਮਾਤਾਂ ਕਰ ਰਹੇ, ਸਤਿਗੁਰੂ ਨੇ ਉਹਨਾਂ ਨੂੰ ਨਾਲੇ ਤੇ ਜ਼ਿੰਦਗੀ ਜਿਉਣ ਦੀ ਦਾਤ ਬਖਸ਼ਿਸ਼ ਕੀਤੀ, ਜੀਵਨ ਜਿਉਣ ਦਾ ਢੰਗ ਦਰਸਾਇਆ, ਤੇ ਨਾਲੇ ਉਹਨਾਂ ਨੂੰ ਸੱਚਮੁੱਚ ਸੱਚ ਦੇ ਉਪਾਸ਼ਕ ਬਣਾ ਕੇ ਅਕਾਲ ਪੁਰਖ ਪਰਮੇਸ਼ਵਰ ਨਾਲ ਉਹਨਾਂ ਦੀ ਸੁਰਤ ਨੂੰ ਜੋੜਦਿਆਂ ਸਤਿਗੁਰੂ ਜੀ ਨੇ ਉੱਥੇ ਕਰਾਮਾਤ ਕਰਕੇ ਵਿਖਾਈ, ਜਿਸ ਕਰਕੇ ਉਹ ਸਾਰੇ ਗੁਰੂ ਨਾਨਕ ਸਾਹਿਬ ਦੀ ਅਧੀਨਗੀ ਕਬੂਲਦਿਆਂ ਹੋਇਆਂ ਮਾਲਕ ਪਾਤਸ਼ਾਹ ਅੱਗੇ ਨਿਭ ਜਾਂਦੇ ਤੇ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਉਪਦੇਸ਼ ਨੂੰ ਆਪਣੇ ਜੀਵਨਾਂ ਵਿੱਚ ਕਮਾਉਂਦੇ ਨੇ। ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਉੱਥੇ ਸਿੱਧਾਂ ਨੂੰ ਉਪਦੇਸ਼ ਦਿੰਦਿਆਂ ਫਿਰ ਅਗਲੇ ਅਸਥਾਨ ਵੱਲ ਗਮਨ ਕਰਦੇ ਹਨ। ਦਿੱਲੀ ਨਗਰ ਵਿਸ਼ਾਲ ਬਸੇਰਾ ਉਪਬਨ ਵਿਖੇ ਆਣ ਕੀਏ ਡੇਰਾ। ਤੇ ਸਤਿਗੁਰੂ ਜੀ ਉੱਥੋਂ ਚੱਲ ਕੇ ਦਿੱਲੀ ਨਗਰ ਵਿਖੇ ਪਹੁੰਚੇ। ਜਦੋਂ ਦਿੱਲੀ ਵਿਖੇ ਪਹੁੰਚਦੇ ਨੇ ਮਾਲਕ ਪਾਤਸ਼ਾਹ ਜੀ ਤੇ ਸੋਹਣੇ ਅਸਥਾਨ ਦੇ ਉੱਤੇ ਉਪਬਨ ਵਿੱਚ, ਸੋਹਣੇ ਬਗੀਚੇ ਦੇ ਵਿੱਚ ਜਾ ਕੇ ਮਾਲਕ ਗੁਰੂ ਨਾਨਕ ਸਾਹਿਬ ਜੀ ਆਪਣਾ ਟਿਕਾਣਾ ਕਰਦੇ ਹਨ। ਗਾਵਣ ਲੱਗਾ ਸ਼ਬਦ ਮਰਦਾਨਾ ਸੁਣੇ ਪ੍ਰੇਮ ਮਹਿ ਮਗਨ ਮਹਾਨਾ। ਤੇ ਭਾਈ ਮਰਦਾਨਾ ਜੀ ਪ੍ਰੇਮ ਦੇ ਵਿੱਚ, ਰਸ ਭਰੀ ਆਵਾਜ਼ ਦੇ ਵਿੱਚ ਬੜੀ ਸੁੰਦਰ ਢੰਗ ਦੇ ਨਾਲ ਗੁਰੂ ਨਾਨਕ ਸਾਹਿਬ ਜੀ ਕੀ ਉਚਾਰੀ ਬਾਣੀ ਨੂੰ ਗਾਉਂਦੇ ਨੇ। ਔਰ ਗੁਰੂ ਨਾਨਕ ਪਾਤਸ਼ਾਹ ਜੀ ਤੇ ਭਾਈ ਬਾਲਾ ਜੀ ਬੜੇ ਪ੍ਰੇਮ ਦੇ ਨਾਲ ਉਹਨਾਂ ਪਾਵਨ ਬਚਨਾਂ ਨੂੰ ਸੁਣਦੇ ਹਨ। ਰੁਚਰ ਰਾਗ ਕਰ ਕਹਿ ਜੁਤ ਪ੍ਰੀਤੇ ਤੂਸ਼ਣ ਮੋਹ ਮਹੂਰਤ ਬੀਤੇ। ਔਰ ਉੱਥੇ ਨਾ ਕਵੀ ਜੀ ਨੇ ਜ਼ਿਕਰ ਕੀਤਾ ਵੀ ਜਦੋਂ ਬਾਣੀ ਨੂੰ ਗਾਇਨ ਕੀਤਾ, ਬਾਣੀ ਨੂੰ ਗਾਉਣ ਤੋਂ ਬਾਅਦ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਵੀ ਇਕਾਗਰਚਿਤ ਹੋ ਗਏ ਤੇ ਭਾਈ ਬਾਲਾ ਜੀ ਵੀ ਟਿਕ ਗਏ, ਔਰ ਭਾਈ ਮਰਦਾਨਾ ਜੀ ਵੀ ਸ਼ਬਦ ਗਾਇਨ ਕਰਨ ਤੋਂ ਬਾਅਦ ਤੂਸ਼ਣ ਧਾਰ ਕੇ ਬੈਠ ਗਏ। ਇਸ ਤਰੀਕੇ ਕਾਫੀ ਲੰਮੇਰਾ ਸਮਾਂ ਉਸੇ ਤਰ੍ਹਾਂ ਸ਼ਾਂਤੀ ਦੇ ਵਿੱਚ, ਟਿਕਾ ਦੇ ਵਿੱਚ ਗੁਜ਼ਰ ਗਿਆ। ਪਾਤਸ਼ਾਹ ਕੋ ਗੁਜਰ ਭਾਰੀ ਮ੍ਰਿਤਕ ਹਤੋ ਤੇ ਬਾਗ ਮਜਾਰੀ। ਤੇ ਉਸ ਬਾਗ ਦੇ ਅੰਦਰ ਇੱਕ ਹੈਰਾਨੀਜਨਕ ਕੌਤਕ ਇਹ ਵਾਪਰਦਾ ਵੀ ਉੱਥੇ ਨਾ ਬਾਦਸ਼ਾਹ ਦਾ ਇੱਕ ਕੁੰਚਰ ਸੀ, ਬਾਦਸ਼ਾਹ ਦਾ ਇੱਕ ਹਾਥੀ ਹੈ। ਦਿੱਲੀ ਦਾ ਜਿਹੜਾ ਬਾਦਸ਼ਾਹ ਹੈ ਨਾ, ਉਹ ਬਾਦਸ਼ਾਹ ਦਾ ਇੱਕ ਹਾਥੀ ਹੈ, ਤੇ ਉਹ ਹਾਥੀ ਮਰ ਚੁੱਕਾ ਹੈ ਉਸ ਬਗੀਚੇ ਦੇ ਅੰਦਰ। ਤੇ ਹਾਥੀ ਦੇ ਕੋਲੇ ਬੈਠਾ ਹੋਇਆ ਜਿਹੜਾ ਹਾਥੀ ਨੂੰ ਚਲਾਉਣ ਵਾਲਾ ਮਹਾਵਤ ਹੈ, ਉਹ ਮਹਾਵਤ ਉੱਥੇ ਬੈਠਾ ਰੋਦਨ ਕਰ ਰਿਹਾ ਹੈ। ਹੋਏ ਮਹਾਵਤ ਊਚ ਪਕਾਰਤ ਹੇਤ ਜੀਵਕਾ ਦੁਖ ਆਰਤ। ਔਰ ਉਹ ਮਹਾਵਤ ਰੋ ਰਿਹਾ ਉੱਚੀ ਉੱਚੀ ਪੁਕਾਰ ਕੇ ਹਾਥੀ ਕੋਲ ਬੈਠਾ। ਤੇ ਉਹਦੇ ਰੋਣ ਦਾ ਕਾਰਨ ਜਿਹੜਾ ਕਵੀ ਜੀ ਨੇ ਜ਼ਿਕਰ ਕੀਤਾ ਉਹ ਇਹ ਵੀ ਮੁਹਾਵਤ ਹਾਥੀ ਨੂੰ ਚਲਾਉਣ ਵਾਲਾ, ਹਾਥੀ ਨੂੰ ਪਾਲਣ ਵਾਲਾ, ਉਹ ਇਸ ਕਰਕੇ ਰੋ ਰਿਹਾ ਵੀ ਮੇਰੀ ਤੇ ਜੀਵਕਾ ਲਈ ਮੇਰੇ ਕੋਲ ਇੱਕੋ ਸਾਧਨ ਸੀ। ਉਹ ਸਾਧਨ ਕੀ ਸੀ? ਆ ਹਾਥੀ। ਇਹਦੇ ਰਾਹੀਂ ਮੈਂ ਆਪਣੀ ਜੀਵਕਾ ਕਮਾਉਂਦਾ, ਇਹਦੇ ਨਾਲ ਹੀ ਮੈਂ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਣਾ ਆ। ਜਿਸ ਕਰਕੇ ਉਹ ਹਾਥੀ ਦੇ ਕੋਲੇ ਬੈਠਾ, ਮਰੇ ਹੋਏ ਹਾਥੀ ਕੋਲੇ ਬੈਠਾ ਬਹੁਤ ਉੱਚੀ ਉੱਚੀ ਵਿਰਲਾਪ ਕਰ ਰਿਹਾ ਹੈ। ਦੀਨ ਪਏ ਬਿਰਲਾਪਤ ਐਸੇ ਕਿਰਪਣ ਦਰਬ ਜਾਏ ਕੇ ਜੈਸੇ। ਉਹ ਬੜਾ ਦੀਨ ਜਿਹਾ ਹੋਇਆ, ਬਹੁਤ ਗਰੀਬ ਹੋਇਆ ਹੈ। ਕਵੀ ਜੀ ਨੇ ਜ਼ਿਕਰ ਕੀਤਾ ਵੀ ਇੰਨਾ ਕੁ ਦੀਨ ਹੋ ਚੁੱਕਾ, ਇੰਨਾ ਕੁ ਮਤਲਬ ਨਿਰਾਸ਼ ਹੋ ਚੁੱਕਾ ਹੈ ਉਹ, ਵੀ ਜਿਵੇਂ ਇੱਕ ਸੂਮ ਦੇ ਕੋਲੋਂ, ਇੱਕ ਕੰਜੂਸ ਦੇ ਕੋਲੋਂ ਉਹਦਾ ਜੁੜਿਆ ਹੋਇਆ ਧਨ ਜਿਵੇਂ ਗਵਾਚ ਜਾਂਦਾ ਨਾ, ਤੇ ਜਦੋਂ ਧਨ ਗਵਾਚਣ ਦੇ ਉੱਤੇ ਜੋ ਹਾਲਤ ਉਹਦੀ ਬਣਦੀ ਹੈ, ਉਹ ਹਾਲਾਤ ਇਸ ਵਕਤ ਮਹਾਵਤ ਦੀ ਬਣੀ ਹੋਈ ਹੈ। ਵੀ ਜਿਵੇਂ ਇੱਕ ਸੂਮ ਕੰਜੂਸੀ ਕਰਦਾ ਹੋਇਆ ਕੰਜੂਸ ਬਹੁਤ ਸਾਰਾ ਧਨ ਜੋੜਦਾ ਹੈ, ਪਰ ਧਨ ਜੋੜਨ ਤੋਂ ਬਾਅਦ ਹੱਥ ਉਹਦੇ ਕੱਖ ਵੀ ਨਹੀਂ ਆਉਂਦਾ, ਪੱਲੇ ਕੱਖ ਵੀ ਨਾ ਪਵੇ, ਜੋੜਿਆ ਸਾਰਾ ਧਨ ਉਹਦੇ ਕੋਲੋਂ ਚਲਾ ਜਾਏ। ਜਿਹੜੀ ਹਾਲਤ ਉਸ ਵਕਤ ਉਸ ਸੂਮ ਦੀ ਬਣਦੀ ਹੈ ਨਾ, ਉਹੀ ਹਾਲਤ ਕਵੀ ਜੀ ਕਹਿੰਦੇ ਵੀ ਮਹਾਵਤ ਦੀ ਬਣੀ ਹੋਈ ਹੈ। ਅਵਲੋਕਿਓ ਜਬ ਹੀ ਦਿਨ ਤਾਈ ਕਰੁਣਾਨਿਤ ਉਰ ਕਰੁਣਾ ਸ਼ਾਈ। ਜਦੋਂ ਸਾਹਿਬ ਜੀ ਨੇ ਉਹਨੂੰ ਵਿਰਲਾਪ ਕਰਦਿਆਂ ਹੋਇਆਂ ਵੇਖਿਆ, ਹੁਣ ਮਾਲਕ ਪਾਤਸ਼ਾਹ ਜੀ ਦੀਨ ਦਇਆਲ ਨੇ, ਉਹਨਾਂ ਨੇ ਵੇਖਿਆ ਉਹਦੀ ਹਾਲਤ ਨੂੰ, ਉਹਨੂੰ ਵਿਰਲਾਪ ਕਰਦਿਆਂ ਹੋਇਆਂ ਵੇਖਿਆ, ਤੇ ਸਤਿਗੁਰੂ ਜੀ ਨੇ ਆਪਣੇ ਹਿਰਦੇ ਦੇ ਅੰਦਰ ਦਇਆ ਧਾਰਨ ਕਰਦਿਆਂ ਹੋਇਆਂ, ਜੋ ਸੁਭਾਅ ਹੈ ਗੁਰੂ ਨਾਨਕ ਸਾਹਿਬ ਜੀ ਦਾ, ਜਿਹੜਾ ਗੁਰੂ ਪਾਤਸ਼ਾਹ ਜੀ ਦਾ ਨੇਚਰ ਹੈ, ਮਾਲਕ ਨੇ ਉਹਦੀ ਪ੍ਰਤੀਪਾਲਣਾ ਕੀਤੀ। ਆਪਣੇ ਸੁਭਾਅ ਦੇ ਅਨੁਸਾਰੀ ਸਤਿਗੁਰੂ ਜੀ ਕਿਰਪਾ ਦੇ ਘਰ ਵਿੱਚ ਆਉਂਦੇ ਹਨ। ਬੂਝਣ ਲੱਗੇ ਕੌਣ ਦੁਖ ਭਾਰੀ ਜਿਸ ਤੇ ਤੁਮ ਰੋਵੋ ਤ੍ਰਿਤਹਾਰੀ। ਤੇ ਸਤਿਗੁਰੂ ਜੀ ਨੇ ਉਹਨੂੰ ਸਵਾਲ ਕੀਤਾ ਵੀ ਭਾਈ ਸੱਜਣਾ, ਦੱਸ ਵੀ ਤੂੰ ਇੰਨੀ ਉੱਚੀ ਉੱਚੀ ਵਿਰਲਾਪ ਕਰ ਰਿਹਾ, ਤੇਰੇ ਰੋਣ ਦਾ ਕਾਰਨ ਕੀ ਹੈ? ਵੀ ਤੂੰ ਕਿਉਂ ਇੰਨੀ ਉੱਚੀ ਵਿਰਲਾਪ ਕਰ ਰਿਹਾ? ਕਿਹੜਾ ਐਸਾ ਦੁੱਖ ਹੈ ਜਿਹੜਾ ਤੈਨੂੰ ਵਿਆਪਿਆ ਹੈ ਵੀ ਜਿਸ ਦੁੱਖ ਦੇ ਕਰਕੇ ਆਹ ਹਾਲਤ ਤੇਰੀ ਹੋਈ ਹੈ? ਕਿਨ ਮਾਰੇ ਕਾ ਖੋਸਣ ਕੀਨੇ ਨਿਜ ਕਰਮਣ ਗਤ ਲੇਹੋ ਚੀਨੇ। ਔਰ ਨਾਲੇ ਕਹਿੰਦੇ ਮਾਲਕ ਜੀ ਨੇ ਸਵਾਲ ਕੀਤਾ, ਕਵੀ ਜੀ ਲਿਖਦੇ ਕਹਿੰਦੇ ਵੀ ਕਿਸੇ ਨੇ ਮਾਰਿਆ ਤੈਨੂੰ। ਗੁਰੂ ਨਾਨਕ ਸਾਹਿਬ ਨੇ ਸਵਾਲ ਕੀਤਾ ਵੀ ਕਿਨ ਮਾਰੇ ਕਾ ਖੋਸਣ ਕੀਨੇ, ਵੀ ਜਾਂ ਤੇਰੇ ਕੋਲੋਂ ਕਿਸੇ ਨੇ ਕੁਝ ਖੋਇਆ ਹੈ, ਜਾਂ ਕਿਸੇ ਨੇ ਤੈਨੂੰ ਮਾਰਿਆ ਹੈ, ਜਾਂ ਤੂੰ ਆਪਣੇ ਕਰਮਾਂ ਦੀ ਗਤ ਨਹੀਂ ਪਛਾਣ ਰਿਹਾ, ਵੀ ਜਾਂ ਤੈਨੂੰ ਆਪਣੇ ਕਰਮਾਂ ਦਾ ਨਹੀਂ ਪਤਾ ਅਸਲ ਦੇ ਵਿੱਚ ਕੀ ਕਾਰਨ ਹੈ ਜਿਸ ਕਰਕੇ ਤੁਸੀਂ ਵਿਰਲਾਪ ਕਰ ਰਹੇ ਹੋ। ਸੰਤ ਸਰੂਪ ਜਾਣ ਮਨ ਸੋਊ ਬੰਧਨ ਕਰੀ ਬੰਦ ਕਰ ਦਊ। ਉਹਨੇ ਨਾ ਸਾਹਿਬ ਜੀ ਦੇ ਚਿਹਰੇ ਵੱਲ ਵੇਖਿਆ ਵੀ ਇੱਥੇ ਮੇਰੇ ਕੋਲ ਰੁਦਨ ਕਰਦੇ ਕੋਲ ਕਿੰਨੇ ਆਉਣਾ। ਉਹਨੇ ਜਦੋਂ ਵੇਖਿਆ ਨਾ ਅੱਖਾਂ ਖੋਲ ਕੇ, ਤੇ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਚਿਹਰਾ ਸਾਹਮਣੇ ਨਜ਼ਰ ਨਹੀਂ ਆਉਂਦਾ। ਵੇਖਿਆ ਸਰੂਪ, ਸਾਹਿਬ ਜੀ ਦੇ ਸਰੂਪ ਨੂੰ ਵੇਖ ਕੇ ਬੜਾ ਸਕੂਨ ਜਿਹਾ ਮਿਲਿਆ, ਟਿਕਾ ਜਿਹਾ ਮਿਲਿਆ। ਤੇ ਉਹਨੇ ਨਾ ਦੋਵੇਂ ਹੱਥ ਜੋੜ ਲਏ, ਮਹਾਵਤ ਦੋਵੇਂ ਹੱਥ ਜੋੜ ਕੇ ਗੁਰੂ ਨਾਨਕ ਸਾਹਿਬ ਨੂੰ ਸੰਤ ਸਰੂਪ ਸਮਝਦਾ ਹੋਇਆ, ਜਾਣਦਾ ਹੋਇਆ, ਰੱਬੀ ਰੂਪ ਜਾਣਦਾ ਹੋਇਆ, ਹੱਥ ਜੋੜ ਕੇ ਆਖਦਾ ਹੈ, ਦੀਨ ਹੋ ਕੇ ਗੁਰੂ ਨਾਨਕ ਸਾਹਿਬ ਅੱਗੇ ਪਹਿਲੋਂ ਤੇ ਨਮਸਕਾਰ ਕਰਦਾ ਹੈ। ਬੇਨਤੀ ਉਸਤਤ ਕਰਕੇ ਮਦਸਾਨੀ ਬੋਲੇ ਅਤਸ਼ੈ ਆਤੁਰਬਾਨੀ। ਫਿਰ ਨਾ ਉਸਤਤ ਭਰੀ ਵਡਿਆਈ ਕੀਤੀ ਗੁਰੂ ਨਾਨਕ ਸਾਹਿਬ ਦੀ। ਵਡਿਆਈ ਕਰਨ ਤੋਂ ਬਾਅਦ ਵਿੱਚ ਪ੍ਰੇਮ ਵਿੱਚ ਭਿੱਜੀ ਹੋਈ ਬੇਨਤੀ ਕਰਦਾ ਫਿਰ। ਤੇ ਬੇਨਤੀ ਕਰਦਿਆਂ ਹੋਇਆਂ ਨਾ ਉਹਨੇ ਵਿਆਕੁਲਤਾ ਭਰੀ ਬਾਣੀ ਬੋਲੀ, ਮਤਲਬ ਲੋੜਵੰਦਾਂ ਵਾਲੀ ਭਾਸ਼ਾ, ਲੋੜਵੰਦ
ਉਹਨੇ ਆਪਣੀ ਅਰਜ਼ ਗੁਰੂ ਨਾਨਕ ਸਾਹਿਬ ਅੱਗੇ ਰੱਖੀ ਵੀ ਆਹ ਮੇਰੀ ਜ਼ਰੂਰਤ ਹੈ, ਇਦੋਂ ਬਿਨਾ ਮੈਂ ਵਿਆਕੁਲ ਦੇ, ਇਦੋਂ ਬਿਨਾ ਮੈਂ ਕਿਸੇ ਕੰਮ ਦਾ ਨਹੀਂ, ਮਾਰਿਆ ਜਾਣਾ ਮੈਂ ਤੇ ਜੇ ਹਾਲਾਤ ਇਦਾਂ ਦੇ ਆਏ, ਜੇ ਸਮਾਂ ਇਦਾਂ ਦਾ ਰਿਹਾ ਤੇ ਫਿਰ ਇਹੀ ਹਾਲਾਤਾਂ ਸਦਕਾ ਮੈਂ ਮਾਰਿਆ ਜਾਣਾ। ਉਹਨੇ ਬੜਾ ਦੀਨ ਜਿਹਾ ਹੋ ਕੇ ਬੜਾ ਵਿਆਕੁਲ ਜਿਹਾ ਹੋ ਕੇ ਨਾ ਤੇ ਗੁਰੂ ਨਾਨਕ ਸਾਹਿਬ ਅੱਗੇ ਅਰਜ਼ ਗੁਜ਼ਾਰਦਾ, ਆਖਦਾ ਹੈ ਸੁਣੋ ਬ੍ਰਿਥਾ ਦਰਵੇਸ਼ ਜੀ ਕੁੰਚਰ ਹੋ ਮਹਾਨ। ਆਖਦਾ ਕੀ ਹੱਥ ਜੋੜ ਕੇ ਕਹਿੰਦੇ ਹੇ ਦਰਵੇਸ਼ ਜੀਓ ਵੀ ਮੇਰੀ ਇੱਕ ਬਿਰਥਾ ਹੈ, ਮੇਰੀ ਇੱਕ ਅਰਜ਼ ਹੈ ਤੁਹਾਡੇ ਅੱਗੇ ਵੀ ਆਹ ਜਿਹੜਾ ਮੇਰੇ ਕੋਲ ਕੁੰਚਰ ਪਿਆ ਨਾ, ਇਹ ਕੁੰਚਰ ਬੜਾ ਮਹਾਨ ਹੈ, ਬਹੁਤ ਭਲਾ, ਇਹ ਹਾਥੀ ਬੜਾ ਭਲਾ ਹੈ, ਬੜਾ ਚੰਗਾ ਹਾਥੀ ਸੀ ਇਹ, ਇਸ ਪ੍ਰਕਾਰ ਉਹ ਬਚਨ ਕਰਦਾ ਹੈ। ਰੋਗ ਅਬ ਮਰ ਗਏ ਹੋ ਕੋਈ ਨਾ ਸਕਿਓ ਪਛਾਣ। ਵੀ ਇਹਨੂੰ ਰੋਗ ਲੱਗਾ ਹੋਇਆ ਸੀ, ਇਹਨੂੰ ਬੁਖਾਰ, ਇਹ ਬਿਮਾਰ ਸੀ, ਰੋਗ ਕਰਕੇ ਹੁਣੇ ਗਿਆ ਮਰ, ਪਰ ਕਿਸੇ ਨੂੰ ਨਾ ਤੇ ਇਹਦੇ ਰੋਗ ਦੀ ਸਮਝ ਲੱਗੀ, ਨਾ ਹੀ ਕੋਈ ਇਲਾਜ ਹੋ ਸਕਿਆ। ਵੀ ਹੁਣ ਤੇ ਸਰੀਰਕ ਛੋੜਾ ਇਹ ਤਿਆਗ ਗਿਆ, ਹੁਣ ਤੇ ਹਾਥੀ ਮਰ ਚੁੱਕਾ ਹੈ, ਵੀ ਹੁਣ ਕੋਈ ਵੀ ਨਾ ਤੇ ਇਹਦੇ ਰੋਗ ਨੂੰ ਪਛਾਣ ਸਕਿਆ, ਨਾ ਕੋਈ ਇਲਾਜ ਕਰ ਸਕਿਆ, ਜਿਸ ਕਰਕੇ ਇਹ ਮਹਾਨ ਹਾਥੀ ਬਹੁਤ ਵੱਡਾ ਇਸ ਵਕਤ ਮਰ ਚੁੱਕਾ ਹੈ। ਉਤੇ ਮਹਾਵਤ ਤਿਸ ਕੇਰੇ ਚਲਤ ਹੁਤੀ ਗੁਜਰਾਨ ਕਨੇਰੇ। ਮਾਲਕ ਨੇ ਕਿਹਾ, ਕਹਿੰਦੇ ਵੀ ਭਾਈ ਜੇ ਮਰ ਗਿਆ ਤੇ ਹੁਣ ਇਹਦੇ ਚ ਕੀ ਕੀਤਾ ਜਾ ਸਕਦਾ, ਵੀ ਰੱਬ ਦੀ ਰਜ਼ਾ ਹੈ, ਰੱਬ ਜੀ ਦਾ ਹੁਕਮ ਹੈ। ਉਹ ਕਹਿੰਦਾ ਜੀ ਨਹੀਂ, ਮੇਰੀ ਬੇਨਤੀ ਹੈ ਵੀ ਮੈਂ ਸਾਂ ਇਹਦਾ ਮਹਾਵਤ, ਮੈਂ ਇਹਨੂੰ ਚਲਾਉਂਦਾ ਸੀ ਤੇ ਮੇਰੇ ਗੁਜ਼ਾਰਨ ਦਾ ਸਾਧਨ ਸੀ ਇਹ, ਵੀ ਮੈਂ ਇਹਦੇ ਨਾਲ ਆਪਣੇ ਘਰ ਦਾ ਗੁਜ਼ਾਰਾ ਕਰਦਾ ਸਾਂ, ਵੀ ਇਹਨੂੰ ਚਲਾਉਣਾ, ਇਹਦੀ ਪ੍ਰਤਪਾਲਨਾ ਕਰਨੀ, ਇਹਦੀ ਸੇਵਾ ਸੰਭਾਲ ਕਰਨੀ, ਇਹਦੇ ਬਦਲੇ ਵਿੱਚ ਰਾਜਾ ਮੈਨੂੰ ਧਨ ਦੌਲਤ ਤਨਖਾਹ ਵਜੋਂ ਦਿੰਦਾ ਸੀ, ਤੇ ਮੈਂ ਹੁਣ ਇਹ ਸੋਚ ਰਿਹਾ ਹਾਥੀ ਗਿਆ ਮਰ, ਹੁਣ ਮੈਨੂੰ ਰਾਜੇ ਨੇ ਕਿਹੜਾ ਧਨ ਦੇਣਾ, ਕਿਹੜੀ ਦੌਲਤ ਦੇਣੀ, ਵੀ ਇਹਦੀ ਪ੍ਰਤਪਾਲਨਾ ਕਰਦਾ ਸਾਂ ਮੈਂ, ਤੇ ਇਹਦੀ ਦੇਖਭਾਲ ਕਰਦਾ ਸਾਂ, ਹਾਥੀ ਮੈਨੂੰ ਜਿਹੜਾ ਮੈਂ ਇਹਦਾ ਮਹਾਵਤ ਬਣ ਕੇ ਇਹਦੀ ਪ੍ਰਤਪਾਲਨਾ ਕਰਦਾ ਸਾਂ, ਰਾਜਾ ਮੈਨੂੰ ਤਨਖਾਹ ਦਿੰਦਾ ਸੀ ਤੇ ਮੇਰੇ ਘਰ ਦਾ ਗੁਜ਼ਾਰਾ ਚੱਲਦਾ ਸੀ, ਪਰ ਹੁਣ ਇਹ ਮਰ ਚੁੱਕਾ ਹੈ ਤੇ ਮੈਂ ਇਹ ਸੋਚ ਰਿਹਾ ਵੀ ਹੁਣ ਗੁਜ਼ਾਰਨ ਕਰਦਾ ਕਿਵੇਂ ਹੋਵੇਗਾ। ਮ੍ਰਿਤ ਪਏ ਹਟ ਗਾ ਰੁਜਗਾਰਾ ਕਿਉਂ ਪਾਲਣ ਵੈ ਮਮ ਪਰਿਵਾਰਾ। ਇਹ ਮਰ ਗਿਆ, ਰੁਜ਼ਗਾਰ ਮੇਰਾ ਖਤਮ ਹੋ ਗਿਆ, ਹੁਣ ਮੈਂ ਆਪਣਾ ਟੱਬਰ ਕਿਵੇਂ ਪਾਲਾਂਗਾ, ਮੈਂ ਆਪਣਾ ਪਰਿਵਾਰ ਕਿਵੇਂ ਪਾਲਾਂਗਾ। ਹਰ ਇਨਸਾਨ ਇਸ ਚਿੰਤਾ ਵਿੱਚ ਹੀ ਜਿਉਂਦਾ ਹੈ ਕਿ ਸ਼ਾਇਦ ਮੈਂ ਹੀ ਹਾਂ ਜਿਹੜਾ ਆਪਣੀ ਪਰਿਵਾਰ ਦੀ ਪਰਵਰਿਸ਼ ਕਰ ਰਿਹਾ। ਉਹਨੇ ਵੀ ਇੱਕ ਇਨਸਾਨ ਹੋਣ ਦੇ ਨਾਤੇ ਆਪਣੀ ਚਿੰਤਾ ਪ੍ਰਗਟਾਈ। ਜਿਵੇਂ ਅੱਜ ਆਪਾਂ ਆਪਣੀ ਹਾਲਤ ਵੀ ਗੱਲ ਕਰਾਂਗੇ, ਆਪਣੀ ਬਾਤ ਵੀ ਕਰਾਂਗੇ, ਤੇ ਅਸੀਂ ਵੀ ਸੰਸਾਰੀ ਜੀਵ ਹਾਂ ਤੇ ਆਪਾਂ ਵੀ ਜਦੋਂ ਚਿੰਤਾ ਗੁਰੂ ਸਾਹਿਬ ਅੱਗੇ ਪ੍ਰਗਟਾਵਾਂਗੇ ਤੇ ਐਵੇਂ ਹੀ ਪ੍ਰਗਟਾਵਾਂਗੇ ਵੀ ਸਾਹਿਬ ਜੀਓ ਸਾਡੀ ਕਿਰਤ ਹੈ, ਅਸੀਂ ਇਹਦੇ ਨਾਲ ਗੁਜ਼ਾਰਨ ਕਰਦੇ ਹਾਂ, ਇਹਦੇ ਨਾਲ ਸਾਡੇ ਘਰ ਦਾ, ਸਾਡੇ ਪਰਿਵਾਰ ਦਾ ਗੁਜ਼ਾਰਾ ਹੁੰਦਾ, ਤੇ ਆਪ ਜੀ ਕਿਰਪਾ ਕਰੋ ਸਾਡੀ ਕਿਰਤ ਬਚੀ ਰਹੇ। ਆਪਾਂ ਗੁਰੂ ਅੱਗੇ ਇਸੇ ਤਰ੍ਹਾਂ ਅਰਜ਼ੋਈ ਕਰਾਂਗੇ। ਉਹ ਮੁਹਾਵਤ ਨੇ ਵੀ ਕੀਤੀ, ਉਹਨੇ ਆਪਣੀ ਅਰਜ਼ ਆਪਣੀ ਭਾਵਨਾ ਅਨੁਸਾਰੀ ਗੁਰੂ ਨਾਨਕ ਸਾਹਿਬ ਅੱਗੇ ਇੱਛਾ ਜਦੋਂ ਰੱਖੀ ਨਾ, ਤੇ ਆਖਦਾ ਜੀ ਹੁਣ ਮੈਂ ਇਹ ਸੋਚਦਾ ਵੀ ਮੇਰੇ ਪਰਿਵਾਰ ਦੀ ਪਾਲਣਾ ਹੁਣ ਕਿਵੇਂ ਹੋਵੇਗੀ, ਮੇਰੇ ਪਰਿਵਾਰ ਦਾ ਗੁਜ਼ਾਰਨ ਕਿਵੇਂ ਚੱਲੇਗਾ, ਮੇਰੇ ਘਰ ਦੇ ਵਿੱਚ ਰੋਜ਼ੀ ਰੋਟੀ ਦਾ ਪ੍ਰਬੰਧ ਕਿਵੇਂ ਹੋਵੇਗਾ। ਹੋਰ ਉਪਾਏ ਨਾ ਜਾਣੋ ਕੋ ਰੋਜੀ ਜੇ ਤੇ ਪੈਦੇ ਹੋ। ਮੈਨੂੰ ਤੇ ਹੋਰ ਕੋਈ ਤਰੀਕਾ ਵੀ ਨਹੀਂ ਆਉਂਦਾ, ਹੋਰ ਕੋਈ ਉਪਾਅ ਵੀ ਨਹੀਂ ਮੇਰੇ ਕੋਲ, ਵੀ ਇੱਕ ਹਾਥੀ ਸੀ ਇਹਦੀ ਪ੍ਰਤਪਾਲਨਾ ਕਰ, ਦੇਖਭਾਲ ਹੀ ਹੈ, ਦੇਖਭਾਲ ਕਰਕੇ ਗੁਜ਼ਾਰਾ ਕਰ ਲੈਂਦਾ, ਹੋਰ ਮੈਨੂੰ ਕੋਈ ਕੰਮ ਨਹੀਂ ਆਉਂਦਾ, ਨਾ ਕੋਈ ਕਿਰਤ ਆਵੇ, ਨਾ ਧੰਦਾ ਆਵੇ, ਵੀ ਨਾ ਕਿਸੇ ਪ੍ਰਕਾਰ ਦੀ ਮੈਨੂੰ ਕਿਰਤ ਕਰਨੀ ਆਉਂਦੀ, ਨਾ ਕੋਈ ਹੋਰ ਢੰਗ ਹੈ, ਨਾ ਕੋਈ ਹੋਰ ਤਰੀਕਾ ਹੈ ਮੇਰੇ ਕੋਲ। ਹੁਣ ਮੈਂ ਇਹ ਸੋਚਦਾ ਹਾਂ ਵੀ ਕਿਸ ਤਰੀਕੇ ਦੇ ਨਾਲ ਰੋਜ਼ੀ ਪੈਦਾ ਹੋਵੇਗੀ, ਰਿਜ਼ਕ ਕਿਸ ਢੰਗ ਨਾਲ ਪੈਦਾ ਹੋਵੇਗਾ। ਇਸ ਦੁੱਖ ਤੇ ਹਮ ਰੋਵਤ ਬੈਸੇ ਗੁਜਰ ਹਮਾਰੀ ਚਲ ਹੈ ਕੈਸੇ। ਬਸ ਇਹੋ ਕਾਰਨ ਹੈ ਜੀ ਮੇਰੇ ਰੋਣ ਦਾ, ਇਸੇ ਕਰਕੇ ਮੈਂ ਵਿਰਲਾਪ ਕਰ ਰਿਹਾ ਵੀ ਮੈਂ ਇਹ ਸੋਚ ਰਿਹਾ ਮੇਰਾ ਗੁਜ਼ਾਰਾ ਕਿਵੇਂ ਚੱਲੇਗਾ, ਮੇਰਾ ਗੁਜ਼ਾਰਾ ਕਿਵੇਂ ਚੱਲੇਗਾ, ਮੈਂ ਤੇ ਫਿਰ ਔਖਾ ਸੌਖਾ ਸਮਾਂ ਕੱਢ ਲਾਂਗਾ, ਪਰ ਪਰਿਵਾਰ ਦਾ ਗੁਜ਼ਾਰਾ ਕਿਵੇਂ ਚੱਲੇਗਾ। ਮੈਂ ਇਹੀ ਸੋਚ ਕੇ ਚਿੰਤਾ ਵਿੱਚ ਹਾਂ, ਉਸੇ ਚਿੰਤਾ ਦੇ ਕਰਕੇ ਵਿਰਲਾਪ ਕਰ ਰਿਹਾ, ਕਿਉਂਕਿ ਮੈਨੂੰ ਅਗਾਂਹ ਕੋਈ ਵੀ ਮਾਰਗ, ਕੋਈ ਤਰੀਕਾ, ਕੋਈ ਰਾਹ ਨਜ਼ਰ ਨਹੀਂ ਪੈ ਰਿਹਾ। ਸ਼੍ਰੀ ਗੁਰੂ ਕਹੈ ਨਾ ਚਿੰਤ ਕਰ ਸਭ ਕੋ ਦੈ ਕਰਤਾਰ। ਸਤਿਗੁਰੂ ਨੇ ਉਹਨੂੰ ਤਵਾਸ ਦਿੱਤਾ। ਮਹਾਵਤ ਨੂੰ ਪਹਿਲਾਂ ਤੇ ਆਖਿਆ ਵੀ ਸੱਜਣਾ ਤੂੰ ਵਿਰਲਾਪ ਕਰ ਬੰਦ, ਹੁਣ ਸਾਡੇ ਬੋਲ ਸੁਣ ਧਿਆਨ ਨਾਲ। ਉਹ ਹੱਥ ਜੋੜ ਕੇ ਸਾਹਿਬ ਅੱਗੇ ਖੜੋਤਾ, ਸੰਤ ਰੂਪ ਸਮਝੀ ਬੈਠਾ। ਮਾਲਕ ਪਾਤਸ਼ਾਹ ਨੇ ਉਹਦੇ ਹਿਰਦੇ ਨੂੰ ਧੀਰਜ ਦਿੰਦਿਆਂ ਸਭ ਤੋਂ ਪਹਿਲਾਂ ਬਚਨ ਆਖਿਆ, ਕਹਿੰਦੇ ਮਹਾਵਤ ਤੂੰ ਰੋਣਾ ਬੰਦ ਕਰ, ਵਿਰਲਾਪ ਬੰਦ ਕਰ, ਔਰ ਇੱਕ ਭਰੋਸਾ, ਇੱਕ ਵਿਸ਼ਵਾਸ ਆਪਣੇ ਮਨ ਅੰਦਰ ਰੱਖ ਲੈ, ਦੇਣ ਵਾਲਾ ਕਰਤਾਰ ਹੈ। ਹਰ ਵਕਤ, ਹਰ ਵੇਲੇ, ਹਰ ਸਮੇਂ ਕਿਸੇ ਨਾ ਕਿਸੇ ਢੰਗ ਦੇ ਨਾਲ, ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕਰਤਾਰ ਨੇ ਰੋਜ਼ੀ ਦੇਣੀ, ਕਰਤਾਰ ਨੇ ਗੁਜ਼ਾਰਨ ਚਲਾਉਣਾ, ਕਰਤਾਰ ਨੇ ਹੀ ਪਰਿਵਾਰ ਦੀ ਸੰਭਾਲ ਕਰਨੀ, ਉਹਦੇ ਤੋਂ ਬਿਨਾਂ ਕੋਈ ਦੂਜਾ ਨਹੀਂ ਹੈ। ਸਾਹਿਬ ਜੀ ਉਹਨੂੰ ਆਖਦੇ, ਕਹਿੰਦੇ ਨਾ ਚਿੰਤ ਕਰ, ਕਿਸੇ ਵੀ ਪ੍ਰਕਾਰ ਦੀ ਤੂੰ ਚਿੰਤਾ ਨਾ ਕਰ, ਸਭ ਕੋ ਦੈ ਕਰਤਾਰ, ਸਾਰਿਆਂ ਨੂੰ ਦੇਣ ਵਾਲਾ ਇੱਕ ਕਰਤਾਰ ਸਭਨਾਂ ਦੇ ਸਿਰ ਉੱਪਰ ਬੈਠਾ ਹੈ। ਜਿਤੇ ਬਹਾਨੇ ਜਗਤ ਕੇ ਕਰਨਹਾਰ ਇੱਕ ਤਾਰ। ਜਿੰਨੇ ਵੀ ਬਹਾਨੇ ਜਗਤ ਉੱਤੇ ਬਣਦੇ ਨੇ, ਜਿੰਨੇ ਵੀ ਕੌਤਕ ਜਗਤ ਉੱਤੇ ਵਰਤਦੇ ਨੇ, ਉਹ ਸਾਰੇ ਦੇ ਸਾਰੇ ਆਪ ਵਰਤਾਉਣ ਵਾਲਾ, ਕੋਈ ਦੂਜਾ ਨਹੀਂ। ਆਪੇ ਹੀ ਉਹ ਸਾਰੇ ਕੌਤਕ ਬਣਾਉਣ ਵਾਲਾ, ਆਪੇ ਹੀ ਕੌਤਕ ਵਰਤਾਉਣ ਵਾਲਾ। ਜਿੰਨੇ ਵੀ ਬਹਾਨੇ ਜਗਤ ਦੇ ਬਣਦੇ, ਚਾਹੇ ਕਿਸੇ ਦੀ ਰੋਜ਼ੀ ਦਾ ਬਣੇ, ਚਾਹੇ ਕਿਸੇ ਦੇ ਰਿਜ਼ਕ ਦਾ, ਭਾਵੇਂ ਜੰਮਣ ਤੇ ਮਰਨ ਦਾ ਕਿਉਂ ਨਾ ਬਣੇ, ਉਹ ਸਾਰੇ ਦੇ ਸਾਰੇ ਬਹਾਨੇ ਉਹ ਕਰਤਾਰ ਹੀ ਬਣਾਉਂਦਾ ਹੈ। ਕੁੰਚਰ ਹਿਤ ਰੋਵੋ ਤੁਮ ਨਾਹੀ ਸਿਮਰੋ ਨਾਮ ਪ੍ਰਭੂ ਮਨ ਮਾਹੀ। ਵੀ ਐਵੇਂ ਹਾਥੀ ਪਿੱਛੇ ਵਿਰਲਾਪ ਕਰੀ ਜਾਂਦੇ, ਹਾਥੀ ਪਿੱਛੇ ਵਿਰਲਾਪ ਕਰਨ ਦਾ ਲਾਭ ਕੋਈ ਨਹੀਂ। ਇਹਦੇ ਵਿਰਲਾਪ ਨੂੰ ਛੱਡ ਕੇ ਸਗੋਂ ਅਕਾਲ ਪੁਰਖ ਜੀ ਅੱਗੇ ਹੱਥ ਜੋੜੋ, ਉਹਦੀ ਯਾਦ ਵਿੱਚ ਜੁੜੋ, ਉਹਦੇ ਸਿਮਰਨ ਵਿੱਚ ਜੁੜੋ, ਤਾਂ ਜੋ ਉਹ ਅਕਾਲ ਪੁਰਖ ਪਰਮੇਸ਼ਵਰ ਦੀ ਰਜ਼ਾ ਵਿੱਚ ਤੁਸੀਂ ਰਾਜੀ ਹੋ ਸਕੋ। ਮਨ ਧੀਰਜ ਧਰੇ, ਮਨ ਤਰਵਾਸ ਧਰੇ, ਤੇ ਅਕਾਲ ਪੁਰਖ ਪਰਮੇਸ਼ਵਰ ਜੀ ਦੇ ਹੁਕਮ ਵਿੱਚ ਆਪ ਜੀ ਰਹਿ ਸਕੋ। ਜੋ ਜਰਾਵਤ ਮਾਰਤ ਹੈ ਸੋ ਵਾਹਿਗੁਰੂ ਇੱਕ ਅਵਰ ਨਾ ਕੋ। ਸੰਸਾਰ ਦੇ ਉੱਤੇ ਮਰਨ ਵਾਲਾ ਤੇ ਰੱਖਣ ਵਾਲਾ ਇੱਕੋ ਹੀ ਹੈ। ਉਹ ਆਪੇ ਹੀ ਪੈਦਾ ਕਰਦਾ ਤੇ ਆਪੇ ਹੀ ਜੀਵ ਨੂੰ ਮਾਰਦਾ ਹੈ। ਜੀਵਤ ਵੀ ਉਹੀ ਰੱਖਦਾ ਤੇ ਮੌਤ ਵੀ ਉਹੀ ਦਿੰਦਾ ਹੈ। ਉਹਦੇ ਤੋਂ ਬਿਨਾਂ ਨਾ ਤੇ ਕੋਈ ਮਾਰ ਸਕਦਾ ਤੇ ਨਾ ਹੀ ਕੋਈ ਰੱਖ ਸਕਦਾ, ਨਾ ਹੀ ਕੋਈ ਬਚਾ ਸਕਦਾ ਤੇ ਨਾ ਹੀ ਕੋਈ ਮੌਤ ਦੇ ਘਾਟ ਉਤਾਰ ਸਕਦਾ। ਰੱਖਣ ਵਾਲਾ ਵੀ ਉਹ ਹੈ ਤੇ ਮਾਰਨ ਵਾਲਾ ਵੀ ਉਹ ਹੈ, ਜਿਹਨੂੰ ਆਪਾਂ ਗੁਰੂ ਅਰਜਨ ਸਾਹਿਬ ਜੀ ਕੀ ਪਾਵਨ ਬਾਣੀ ਚ ਪੜ੍ਹਦੇ ਹਾਂ, ਮਾਰੇ ਰੱਖਿਆ ਏਕੋ ਆਪ ਮਨੁੱਖ ਕਹਿ ਕੇ ਨਾ ਹੀ ਹਾਥ। ਮਨੁੱਖ ਦੇ ਹੱਥ ਵਸ ਕੁਛ ਨਹੀਂ ਹੈ, ਸਿਰਫ ਮਨੁੱਖਾਂ ਦੇ ਮਨ ਵਿਚਲਾ ਭਰਮ ਹੈ। ਸਿਰਫ ਇੱਕ ਭਰਮ ਵੀ ਸ਼ਾਇਦ ਮੇਰੇ ਮਾਰਿਆਂ ਇਹ ਮਰ ਗਿਆ, ਮੇਰੇ ਜੀਵਤ ਕੀਤਿਆਂ ਮੇਰੇ ਬਚਾਇਆ ਇਹ ਬਚ ਗਿਆ। ਸਿਰਫ ਇੱਕ ਇਨਸਾਨੀ ਭਰਮ ਹੈ। ਅਸੀਂ ਕੋਸ਼ਿਸ਼ ਕਰਦੇ ਹਾਂ, ਯਤਨ ਕਰਦੇ ਹਾਂ, ਔਰ ਸਾਡੇ ਯਤਨ ਕੀਤਿਆਂ ਜੇ ਤੇ ਕਿਸੇ ਦੀ ਜਾਨ ਬਚ ਜਾਏ ਫਿਰ ਤੇ ਅਸੀਂ ਕਹਿੰਦੇ ਵੀ ਮੈਂ ਬਚਾ ਲਿਆ। ਤੇ ਜੇ ਅਸੀਂ ਕੋਸ਼ਿਸ਼ ਕਰਦੇ ਹਾਂ, ਯਤਨ ਕਰਦੇ ਹਾਂ, ਸਾਡੇ ਯਤਨ ਕਰਨ ਤੋਂ ਬਾਅਦ ਵਿੱਚ ਵੀ ਉਹਦੀ ਜਾਨ ਨਾ ਬਚੇ ਤੇ ਜਾਵੇ ਮਰ, ਫਿਰ ਸਾਡੇ ਕੋਲ ਕਈ ਤਰ੍ਹਾਂ ਦੇ ਬਹਾਨੇ ਬਣ ਜਾਂਦੇ ਵੀ ਸ਼ਾਇਦ ਆਹ ਕਾਰਨ ਹੋ ਗਿਆ, ਇਸ ਕਰਕੇ ਉਹਦੀ ਮੌਤ ਹੋ ਗਈ। ਜੇ ਅਸੀਂ ਇਸ ਢੰਗ ਨਾਲ ਕਰਮ ਕਰ ਲੈਂਦੇ ਤੇ ਉਹਨੇ ਬਚ ਜਾਣਾ ਸੀ। ਸਿਰਫ ਇੱਕ ਨਾ ਦਿਲਾਂ ਨੂੰ, ਆਪਣੇ ਮਨਾਂ ਨੂੰ ਧਰਵਾਸ ਦੇਣ ਦਾ ਇੱਕ ਤਰੀਕਾ ਹੈ, ਹੋਰ ਕੁਝ ਨਹੀਂ ਹੈ। ਸਿਰਫ ਇੱਕ ਧਰਵਾਸ ਦੇਣ ਦਾ ਤਰੀਕਾ। ਅਕਸਰ ਆਪ ਜੀ ਅੱਗੇ ਅਰਜ਼ੋਈ ਕਰਦੇ ਹਾਂ, ਬੇਨਤੀ ਕਰਦੇ ਹਾਂ, ਵਚਨ ਕਰੀਦੇ ਨੇ ਵੀ ਜਦੋਂ ਇਨਸਾਨ ਦੇ ਕਾਲ ਸਿਰ ਦੇ ਉੱਤੇ ਆਉਂਦਾ ਹੈ, ਜਿਹਨੂੰ ਆਪਾਂ ਮੌਤ ਕਹਿੰਦੇ ਹਾਂ, ਚਾਹੇ ਕੋਈ ਮਨੁੱਖ ਹੋਵੇ, ਜਾਨਵਰ ਹੋਵੇ, ਪਸ਼ੂ ਹੋਵੇ, ਪੰਛੀ ਹੋਵੇ, ਇੱਥੋਂ ਤੱਕ ਬਨਸਪਤੀ, ਪੇੜ ਪੌਦਾ ਕਿਉਂ ਨਾ ਹੋਵੇ, ਉਹਦੀ ਮੌਤ ਜਿਸ ਵਕਤ ਉਸ ਪਰਮੇਸ਼ਵਰ ਨੇ ਲਿਖੀ ਹੈ, ਉਸ ਵਕਤ ਉਸ ਤਰੀਕੇ ਉਸ ਢੰਗ ਨਾਲ ਹੋ ਜਾਣੀ ਹੈ। ਹਾਲਾਤ ਵੀ ਬਣ ਜਾਣਗੇ, ਸਮਾਂ ਵੀ ਬਣ ਜਾਏਗਾ, ਔਰ ਕਾਰਨ ਵੀ ਬਣ ਜਾਏਗਾ। ਉਹ ਤੇ ਸਿਰਫ ਉਦੋਂ ਬਾਅਦ ਚ ਉਹ ਕਾਰਨ, ਉਹ ਬਣਿਆ ਹੋਇਆ ਸਮਾਂ, ਉਹ ਬਣੇ ਹੋਏ ਹਾਲਾਤ ਅਸੀਂ ਵੇਖ ਕੇ ਨਾ ਉਹ ਅੰਦਾਜ਼ੇ ਲਾਈ ਜਾਂਦੇ ਵੀ ਇਦਾਂ ਹੁੰਦਾ ਤੇ ਇਦਾਂ ਹੋ ਜਾਣਾ ਸੀ। ਜੇ ਕਿਤੇ ਇਸ ਤਰੀਕੇ ਉਹ ਨਾ ਕਰਦਾ ਤੇ ਅੱਜ ਆਹ ਕੁਝ ਨਹੀਂ ਸੀ ਵਾਪਰਨਾ। ਜੇ ਉਹਨੇ ਬਚਣਾ ਹੁੰਦਾ, ਉਹ ਕਾਰਨ ਹੀ ਨਹੀਂ ਸੀ ਬਣਨਾ, ਨਾ ਉਹ ਵੇਲਾ ਆਉਣਾ ਸੀ, ਨਾ ਉਹ ਕਾਰਨ ਬਣਨਾ ਸੀ, ਨਾ ਹੀ ਉਹ ਹਾਲਾਤ ਬਣਨੇ ਸਨ। ਹਾਲਾਤ ਬਣੇ, ਮੌਤ ਹੋਣੀ ਉੱਥੇ ਲੈ ਕੇ ਗਈ, ਉੱਥੇ ਕਾਰਨ ਬਣਿਆ, ਤੇ ਉਸ ਥਾਂ ਦੇ ਉੱਤੇ ਇਨਸਾਨ ਜੀਵ
ਆਪਣੀ ਜੀਵਨ ਦੀ ਲੀਲਾ ਜਿਹੜੀ ਉਹਨੂੰ ਸਮਾਪਤ ਕਰ ਦਿੰਦਾ ਹੈ। ਉਹਦੀ ਜੀਵਨ ਲੀਲਾ ਸੰਪੂਰਨ ਹੋ ਜਾਂਦੀ ਹੈ। ਹੁਣ ਸਾਹਿਬ ਨੇ ਉੱਥੇ ਉਹਨੂੰ ਤਰਵਾਸ ਦਿੰਦਿਆਂ ਸਮਝਾਇਆ ਕਿ ਸਾਰਿਆਂ ਨੂੰ ਦੇਣ ਵਾਲਾ ਤੇ ਕਰਤਾਰ ਹੈ, ਇਸ ਕਰਕੇ ਮਰਨ ਵਾਲਾ ਵੀ ਉਹ, ਜੀਵਤ ਰੱਖਣ ਵਾਲਾ ਵੀ ਉਹ, ਇੱਕ ਵਾਹਿਗੁਰੂ ਤੋਂ ਬਿਨਾਂ, ਰੱਬ ਜੀ ਤੋਂ ਬਿਨਾਂ ਦੂਜੀ ਕੋਈ ਤਾਕਤ ਸੱਤਾ ਨਹੀਂ ਹੈ। ਸੋ ਦੇਵਤ ਸਭ ਕੋ ਰੁਜਗਾਰਾ ਔਰ ਬਹਾਨਾ ਕਰੇ ਤੁਮਾਰਾ। ਜਿਵੇਂ ਉਹਨੇ ਆਹ ਬਹਾਨਾ ਕੀਤਾ ਸੀ, ਤੈਨੂੰ ਮਹਾਵਤ ਦਾ ਪਾਲਕ, ਤੈਨੂੰ ਹਾਥੀ ਦਾ ਪਾਲਕ ਬਣਾ ਕੇ, ਮਹਾਵਤ ਬਣਾ ਕੇ ਤੇਰਾ ਰੁਜ਼ਗਾਰ ਚਲਾਇਆ। ਜੇ ਹੁਣ ਇਹ ਬਹਾਨਾ ਚਲੇ ਗਿਆ ਵੀ ਤੂੰ ਮਹਾਵਤ ਨਹੀਂ ਰਿਹਾ, ਹਾਥੀ ਮਰ ਗਿਆ, ਮਹਾਵਤ ਕਾਹਦਾ? ਮਹਾਵਤ ਤੇ ਉਦੋਂ ਹੀ ਸੀ ਨਾ ਜਦੋਂ ਹਾਥੀ ਨੂੰ ਪਾਲਦਾ ਸੀ। ਜਦੋਂ ਹਾਥੀ ਮਰ ਗਿਆ ਤੇ ਮਹਾਵਤ ਕਾਹਦਾ? ਡਰਾਈਵਰ ਉਦੋਂ ਡਰਾਈਵਰ ਹੈ ਜਦੋਂ ਗੱਡੀ ਚਲਾ ਰਿਹਾ ਹੈ, ਡਰਾਈਵ ਕਰ ਰਿਹਾ ਹੈ। ਉਦੋਂ ਬਾਅਦ ਤੇ ਇੱਕ ਆਮ ਪਰਸਨ ਹੈ, ਇੱਕ ਆਮ ਇਨਸਾਨ ਹੈ। ਇਸੇ ਤਰ੍ਹਾਂ ਹੁਣ ਸਾਹਿਬ ਕਹਿੰਦੇ ਵੀ ਜਿਹਨੇ ਇਹ ਤੈਨੂੰ ਇਹ ਬਹਾਨਾ ਦਿੱਤਾ ਸੀ ਰਿਜ਼ਕ ਦਾ, ਉਹ ਦੂਜਾ ਹੋਰ ਵੀ ਬਹਾਨਾ ਬਣਾਏਗਾ ਕੋਈ ਨਾ ਕੋਈ, ਵੀ ਉਹ ਰੁਜ਼ਗਾਰ ਦੇਣ ਵਾਲਾ ਹੈ ਤੇ ਉਹਨੇ ਕੋਈ ਨਾ ਕੋਈ ਤੇਰਾ ਦੂਜਾ ਬਹਾਨਾ ਵੀ ਰਿਜ਼ਕ ਦਾ, ਰੁਜ਼ਗਾਰ ਦਾ ਬਣਾ ਦੇਣਾ ਹੈ। ਮਿਸ ਕਰਕੇ ਦੇਵਤ ਨਿਤ ਰੋਜੀ ਲਖੇ ਸੰਤ ਸ਼੍ਰੀ ਪ੍ਰਭ ਕੇ ਖੋਜੀ। ਉਹ ਕੋਈ ਨਾ ਕੋਈ ਮਿਸ ਲਫ਼ਜ਼ ਇੱਥੇ ਵਰਤਿਆ ਬਹਾਨਾ, ਕਹਿੰਦੇ ਬਹਾਨਾ ਕਰਕੇ ਨਾ ਉਹ ਕੋਈ ਨਾ ਕੋਈ ਰੋਜ਼ੀ ਦੇ ਹੀ ਦਿੰਦਾ, ਕਿਸੇ ਨਾ ਕਿਸੇ ਬਹਾਨੇ ਉਹ ਪ੍ਰਬੰਧ ਰੋਜ਼ੀ ਦਾ ਕਰ ਦਿੰਦਾ ਹੈ। ਲਖੇ ਸੰਤ ਸ਼੍ਰੀ ਪ੍ਰਭ ਕੇ ਖੋਜੀ। ਹੁਣ ਉਹਨੂੰ ਜਦੋਂ ਗੁਰੂ ਨਾਨਕ ਸਾਹਿਬ ਦੇ ਬਚਨ ਸੁਣੇ, ਉਹਦੇ ਹੱਥ ਜੋੜ ਕੇ ਪਹਿਲਾਂ ਖੜਾ ਸੀ ਗੁਰੂ ਨਾਨਕ ਸਾਹਿਬ ਅੱਗੇ, ਉਹਦੇ ਸੰਤ ਰੂਪ ਸਮਝ ਕੇ, ਹੁਣ ਹੱਥ ਜੋੜ ਕੇ ਖੜਾ, ਨਾਲੇ ਮਨ ਅੰਦਰ ਸੋਚੀ ਜਾਂਦਾ ਵੀ ਬੋਲ ਤੇ ਜਿੰਨੇ ਵੀ ਇਹਨਾਂ ਆਖੇ ਉਹ ਵਾਕਈ ਭਲੇ ਨੇ। ਪਹਿਲਾਂ ਵੀ ਰਿਜ਼ਕ ਵਾਸਤੇ ਪ੍ਰਬੰਧ ਆਪੇ ਹੋਇਆ, ਮਹਾਵਤ ਬਣਾਤਾ। ਜੇ ਹੁਣ ਹਾਥੀ ਨਹੀਂ ਰਿਹਾ ਤੇ ਰਿਜ਼ਕ ਦਾ ਪ੍ਰਬੰਧ ਉਸ ਕਰਤਾਰ ਨੇ ਆਪੇ ਕਰ ਦੇਣਾ। ਤੇ ਉਹਨਾਂ ਨੂੰ ਪਰਮੇਸ਼ਵਰ ਸਰੂਪ ਜਾਣਦਿਆਂ ਹੋਇਆਂ ਫਿਰ ਮਹਾਵਤ ਆਪਣੇ ਹਿਰਦੇ ਨੂੰ ਧੀਰਜ ਦਿੰਦਾ ਹੈ। ਐਸੇ ਸੁਣੇ ਮਹਾਵਤ ਬੈਨਾ ਪੂਰਨ ਸੰਤ ਲਖੇ ਸੁਖ ਦੇਨਾ। ਉਹਨੇ ਨਾ ਜਦੋਂ ਸਾਹਿਬ ਜੀ ਦੇ ਬਚਨ ਸੁਣੇ ਤੇ ਉਹ ਪੂਰਨ ਰੂਪ ਸਮਝਦਾ, ਗੁਰੂ ਨਾਨਕ ਸਾਹਿਬ ਨੂੰ ਪਰਮੇਸ਼ਵਰ ਸਰੂਪ ਸਮਝਦਾ ਹੋਇਆ, ਉਹਨਾਂ ਦੇ ਬੋਲਾਂ ਨੂੰ ਸੁਣ ਕੇ ਆਖਦਾ ਵੀ ਤੁਹਾਡੇ ਬੋਲਾਂ ਨੇ ਮੇਰੇ ਹਿਰਦੇ ਨੂੰ ਬੜਾ ਸਕੂਨ ਦਿੱਤਾ ਹੈ। ਹਾਥ ਬੰਦ ਪੁਨ ਬਚਨ ਉਚਾਰੇ ਕਿਉਂ ਹੋਵੇ ਮਨ ਸ਼ਾਂਤ ਹਮਾਰੇ। ਹੁਣ ਹੱਥ ਜੋੜ ਕੇ ਕਹਿੰਦਾ ਜੀ ਬੋਲ ਤੇ ਤੁਹਾਡੇ ਸਾਰੇ ਨੇ ਭਲੇ, ਔਰ ਮੈਂ ਸਾਰੇ ਬੋਲਾਂ ਨੂੰ ਮੰਨਦਾ, ਪਰ ਕੀ ਕਰਾਂ ਮਨ ਤਰਵਾਸ ਨਹੀਂ ਕਰਦਾ, ਮਨ ਟਿਕਾ ਵਿੱਚ ਨਹੀਂ ਆਉਂਦਾ, ਮਨ ਸ਼ਾਂਤ ਨਹੀਂ ਹੁੰਦਾ। ਹੁਣ ਆਪ ਜੀ ਕਿਰਪਾ ਕਰਕੇ ਦੱਸੋ ਵੀ ਮਨ ਕਿਵੇਂ ਟਿਕੇ, ਮਨ ਨੂੰ ਸਕੂਨ ਕਿਵੇਂ ਮਿਲੇਗਾ? ਰੋਜੀ ਹਮਰੀ ਆਜ ਤੇ ਭਈ ਬੰਦ ਦਰ ਸ਼ਾਹ। ਮੈਨੂੰ ਤੇ ਇਹ ਚਿੰਤਾ ਬਣੀ ਵੀ ਅੱਜ ਤੋਂ ਤੇ ਸ਼ਾਹ ਦੇ ਦਰ ਤੋਂ, ਬਾਦਸ਼ਾਹ ਦੇ ਦਰ ਤੋਂ ਅੱਜ ਤੋਂ ਰੋਜੀ ਬੰਦ। ਉਹਨੇ ਅੱਜ ਤੋਂ ਬਾਅਦ ਤਨਖਾਹ ਨਹੀਂ ਦੇਣੀ, ਉਹਨੇ ਅੱਜ ਤੋਂ ਬਾਅਦ ਧਨ ਨਹੀਂ ਦੇਣਾ, ਅੱਜ ਤੋਂ ਬਾਅਦ ਉਹਨੇ ਰਿਜ਼ਕ ਨਹੀਂ ਦੇਣਾ, ਵੀ ਅੱਜ ਤੋਂ ਮਗਰੋਂ ਮੇਰੇ ਘਰ ਦਾ ਗੁਜ਼ਾਰਾਨ ਕਿਵੇਂ ਚੱਲੇਗਾ? ਇਸ ਗੱਲ ਨੂੰ ਸੋਚ ਕੇ ਮਨ ਚਿੰਤਾ ਵਿੱਚ ਹੈ। ਆਪ ਜੀ ਦੱਸੋ ਹੁਣ ਮਨ ਧੀਰਜ ਕਿਵੇਂ ਧਰੇ? ਤੁਮ ਤੇ ਸਭ ਕੁਝ ਹੋਤ ਹੈ ਸੰਤੋ ਬੇਪਰਵਾਹ। ਹੇ ਸੰਤ ਰੂਪ ਜੀਓ, ਤੁਸੀਂ ਬੇਪਰਵਾਹ ਹੋ ਤੇ ਤੁਸੀਂ ਸਭ ਕੁਝ ਕਰਨ ਦੇ ਸਮਰੱਥ ਹੋ। ਤੁਸੀਂ ਆਪੇ ਸਾਰੇ ਕੌਤਕ ਵਰਤਾ ਸਕਦੇ ਹੋ ਤੇ ਆਪ ਸਾਰੇ ਕੌਤਕ ਵਰਤਾਉਂਦਿਆਂ ਹੋਇਆਂ ਸਭ ਕੁਝ ਕਰਨ ਦੇ ਸਮਰੱਥ ਹੋ। ਜੋ ਚਾਕਰ ਹਮ ਹੈ ਪਾਤਸ਼ਾਹ ਕਿਉਂ ਖੁਦਾਏ ਸੇਵਕ ਤੁਮਾਹ। ਜਿਵੇਂ ਮੈਂ ਚਾਕਰ ਹਾਂ, ਸੇਵਕ ਉਹਦਾ, ਮੈਂ ਸੇਵਕ ਹਾਂ ਬਾਦਸ਼ਾਹ ਦਾ, ਤੇ ਤੁਸੀਂ ਸੇਵਕ ਹੋ ਖੁਦਾ ਦੇ, ਰੱਬ ਜੀ ਦੇ, ਪਰਮੇਸ਼ਵਰ ਦੇ। ਤੁਸੀਂ ਉਹਦੇ ਸੇਵਕ ਹੋ ਤੇ ਮੈਂ ਚਾਕਰ ਇਹ ਦੁਨਿਆਵੀ ਬਾਦਸ਼ਾਹ ਦਾ ਹਾਂ। ਹਮਰੋ ਕਾਜ ਅਟਕ ਜੇ ਜਾਈ ਬਿਨਾਂ ਕਰਤ ਅਗਰਜ ਨਿਜਰ ਆਈ। ਜੇ ਸਾਡਾ ਕੋਈ ਕਾਰਜ ਰੁਕ ਜਾਂਦਾ ਹੈ ਤੇ ਅਸੀਂ ਜਾ ਕੇ ਨਾ ਬਾਦਸ਼ਾਹ ਕੋਲ ਅਰਜ਼ੋਈ ਕਰਦੇ, ਫਿਰ ਬਾਦਸ਼ਾਹ ਸਾਡੀ ਅਰਜ਼ੋਈ ਸੁਣਦਾ ਹੈ, ਸਾਡੀ ਅਰਜ਼ੋਈ ਸੁਣ ਕੇ ਸਾਡੇ ਰੁਕੇ ਕਾਰਜ ਨੂੰ ਸਵਾਰਦਾ। ਜਦੋਂ ਸਾਡਾ ਕੋਈ ਕਾਰ ਵਿਹਾਰ ਹੋਵੇ, ਉਹ ਕਾਰਜ ਸਾਡੇ ਕੋਲੋਂ ਨਾ ਬਣੇ, ਅਸੀਂ ਰਾਜੇ ਕੋਲ ਚਲੇ ਜਾਂਦੇ ਵੀ ਰਾਜਨ ਭਾਈ ਸਾਡਾ ਕੰਮ ਹੈ, ਤੇ ਦੱਸ ਭਾਈ ਕਿਵੇਂ ਕਰਾਂਗੇ? ਉਹ ਰਾਜਾ ਫਿਰ ਸਾਡਾ ਕਾਰਜ ਆਪੇ ਸਵਾਰ ਦਿੰਦਾ ਹੈ। ਕਰ ਜੋ ਰਹਿ ਕਰ ਵਾਵੇ ਕਾਜਾ ਮਾਨੇ ਸੇਵਕ ਕੀ ਸ਼ੁਭ ਰਾਜਾ। ਜਦੋਂ ਅਸੀਂ ਹੱਥ ਜੋੜ ਕੇ ਉਹਦੇ ਅੱਗੇ ਅਰਜ਼ੋਈ ਕਰਦੇ ਹਾਂ, ਰਾਜਾ ਸਾਡੇ ਜੁੜੇ ਹੱਥਾਂ ਨੂੰ ਵੇਖ ਕੇ ਤੇ ਕਾਰਜ ਕਰਵਾ ਲੈਂਦਾ ਹੈ, ਉਹ ਸਾਡੇ ਕਾਰਜ ਨੂੰ ਸਵਾਰ ਦਿੰਦਾ ਹੈ। ਜਦੋਂ ਅਸੀਂ ਉਹਦੇ ਅੱਗੇ ਅਰਜ਼ੋਈ ਕਰਦੇ ਹਾਂ ਤੇ ਰਾਜਾ ਆਪਣੇ ਸੁਭਾਅ ਦੀ, ਆਪਣੀ ਸੱਤਾ ਦੀ ਵਰਤੋਂ ਕਰਦਾ ਹੋਇਆ ਫਿਰ ਸਾਡੇ ਕਾਰਜ ਨੂੰ ਸਵਾਰਦਾ ਹੈ। ਤੁਮਰੋ ਪਾਤਸ਼ਾਹ ਖੁਦਾਏ ਤੇਹ ਤੇ ਕਹਿ ਗਜ ਇਹੀ ਜਵਾਏ। ਤੁਸੀਂ ਉਹਦੇ ਅੱਗੇ ਅਰਜ਼ੋਈ ਕਰਨ ਵਾਲੇ ਹੋ ਤੇ ਆਪ ਜੀ ਕਿਰਪਾ ਕਰਕੇ ਹੁਣ ਉਹਦੇ ਅੱਗੇ ਅਰਜ਼ੋਈ ਕਰੋ। ਮੇਰਾ ਕਾਰਜ ਅਟਕਿਆ ਹੈ, ਮੇਰਾ ਕਾਰਜ ਰੁਕਿਆ ਹੈ ਰੋਜੀ ਦਾ। ਆਪ ਜੀ ਹੁਣ ਉਹਦੇ ਅੱਗੇ, ਉਸ ਬਾਦਸ਼ਾਹ ਦੇ ਅੱਗੇ, ਉਹ ਜਿਹੜਾ ਸਾਰਿਆਂ ਦੇ ਸਿਰ ਦਾ ਮਾਲਕ ਹੈ, ਸਾਈਂ ਹੈ ਜਿਹੜਾ ਸਾਰਿਆਂ ਦਾ, ਆਪ ਜੀ ਉਹਦੇ ਅੱਗੇ ਅਰਜ਼ੋਈ ਕਰਕੇ ਮੇਰੇ ਇਸ ਰੁਕੇ ਹੋਏ ਕਾਰਜ ਨੂੰ ਸਵਾਰੋ। ਮਤਲਬ ਉਹਦੇ ਅੱਗੇ ਅਰਜ਼ੋਈ ਕਰਕੇ ਮੇਰੀ ਰੋਜੀ ਦਾ ਆਪ ਜੀ ਹੁਣ ਕੋਈ ਪ੍ਰਬੰਧ ਕਰਵਾ ਦੇਵੋ। ਮਾਨੇ ਬਚ ਤੁਮਰੋ ਕਰਤਾਰਾ ਕਰੋ ਸੰਤ ਜੀ ਇਹੋ ਪੁਕਾਰਾ। ਹੇ ਸੰਤ ਜੀਓ, ਤੁਹਾਡੇ ਬਚਨਾਂ ਨੂੰ ਕਰਤਾਰ ਮੋੜੇਗਾ ਨਹੀਂ, ਤੁਸੀਂ ਜਿਵੇਂ ਕਰਤਾਰ ਨੂੰ ਆਖੋਗੇ ਕਰਤਾਰ ਨੇ ਉਸੇ ਤਰ੍ਹਾਂ ਬਚਨ ਮੰਨ ਕੇ ਤੇ ਕਾਰਜ ਸਵਾਰ ਦੇਣਾ। ਆਪ ਜੀ ਕਿਰਪਾ ਕਰਕੇ ਮੇਰੀ ਅਰਜ਼ ਉਸ ਪਰਮੇਸ਼ਵਰ ਅੱਗੇ ਕਰ ਦੇਵੋ। ਦਰਵੇਸ਼ਣ ਕੀ ਬਾਣ ਦਿਆਲਾ ਹਮ ਤੇ ਉਪਰ ਨਾ ਦੁਖੀ ਬਿਸਾਲਾ। ਉਹ ਅਕਾਲ ਪੁਰਖ ਪਰਮੇਸ਼ਵਰ ਜੀ ਦੇ ਜਿਹੜੇ ਸੇਵਕ ਨੇ ਨਾ, ਉਹਨਾਂ ਦਾ ਤੇ ਸੁਭਾਵ ਹੈ ਦੁਖੀਆਂ ਦੇ ਦੁੱਖ ਨੂੰ ਦੂਰ ਕਰਨਾ, ਤੇ ਮੇਰੇ ਤੋਂ ਵੱਡਾ ਦੁਖੀ ਹੁਣ ਕੋਈ ਨਹੀਂ। ਮੈਂ ਆਤੁਰ ਹੋ ਚੁੱਕਾ, ਮੈਂ ਵਿਆਕੁਲ ਹੋ ਚੁੱਕਾ, ਰਿਜ਼ਕ ਰੋਜ਼ੀ ਨਜ਼ਰ ਕੋਈ ਨਹੀਂ ਆਉਂਦੀ ਮੇਰੇ। ਜਿੱਥੇ ਆਪ ਦੁਖੀ ਆ ਨਾ, ਮੈਨੂੰ ਆਪਣੀ ਰੋਜ਼ੀ, ਆਪਣੀ ਰਿਜ਼ਕ ਖੁੱਸ ਜਾਣ ਦਾ ਦੁੱਖ ਨਹੀਂ ਹੈ, ਦੁੱਖ ਤੇ ਮੈਨੂੰ ਪਰਿਵਾਰ ਦੇ ਪ੍ਰਤਪਾਲਣਾ ਦਾ ਹੈ। ਉਹਨਾਂ ਦੀ ਸੰਭਾਲ ਕਿਵੇਂ ਹੋਵੇਗੀ? ਉਹਨਾਂ ਨੂੰ ਕੌਣ ਪਾਲੇਗਾ? ਇਸ ਲਈ ਇਸ ਵਕਤ ਮੇਰੇ ਤੋਂ ਵੱਧ ਦੁਖੀ ਕੋਈ ਦੂਜਾ ਨਹੀਂ ਹੈ। ਦੀਨ ਪਿਓ ਬੰਧਨ ਕਰਤ ਬਾਰ-ਬਾਰ ਸਿਰ ਨਾਏ। ਉਹ ਬੜਾ ਦੀਨ ਜਿਹਾ ਹੋ ਕੇ ਬਾਰ-ਬਾਰ ਗੁਰੂ ਸਾਹਿਬ ਅੱਗੇ ਬੰਦਨਾ ਕਰਦਾ, ਬਾਰ-ਬਾਰ ਗੁਰੂ ਸਾਹਿਬ ਅੱਗੇ ਸਿਰ ਨਿਵਾਉਂਦਾ ਹੈ। ਦੇਖ ਮਹਾਵਤ ਕੀ ਦਸ਼ਾ ਬਿਕਸੇ ਪ੍ਰਭ ਸੁਖ ਦਾਏ। ਤੇ ਸਤਿਗੁਰੂ ਜੀ ਨਾ ਉਹਦੀ ਦਸ਼ਾ ਨੂੰ ਵੇਖ ਕੇ, ਉਹਦੀ ਹਾਲਤ ਵੇਖ ਕੇ ਮਾਲਕ ਪਾਤਸ਼ਾਹ ਜੀ ਪ੍ਰਸੰਨ ਹੁੰਦੇ, ਉਹਦੇ ਉੱਤੇ ਕਿਰਪਾ ਕਰਦੇ, ਮਤਲਬ ਖੁਸ਼ੀ ਸਤਿਗੁਰੂ ਜੀ ਉਹਦੇ ਉੱਤੇ ਵਰਤਾਉਂਦੇ ਹਨ। ਸ੍ਰੀ ਗੁਰੂ ਪੰਡੈ ਸਨੋ ਪਾਤਸ਼ਾਹ ਧਰਮ ਨਿਆਏ ਕੀਜੈ ਚਿਤ ਚਾਹੇ। ਤੇ ਸਤਿਗੁਰੂ ਜੀ ਨੇ ਨਾ ਉਸ ਅਕਾਲ ਪੁਰਖ ਦੀ ਅੱਗੇ ਅਰਜ਼ੋਈ ਕੀਤੀ, ਰਿਜ਼ਕ ਵਾਸਤੇ, ਰੋਜੀ ਵਾਸਤੇ, ਦੂਜਾ ਉਹਨੂੰ ਧੀਰਜ ਦਿੱਤਾ, ਉਹਨੂੰ ਤਰਵਾਸ ਦਿੱਤਾ। ਤੇ ਨਾਲ ਮਾਲਕ ਪਾਤਸ਼ਾਹ ਨੇ ਉਹਨੂੰ ਜਾ ਕੇ ਉਹਨੂੰ ਆਖਿਆ ਵੀ ਤੂੰ ਰਾਜੇ ਨੂੰ ਜਾ ਕੇ ਆਖ ਵੀ ਉਹ ਹਾਥੀ ਆਪਣੇ ਰੋਗ ਕਰਕੇ, ਆਪਣੀ ਬਿਮਾਰੀ ਕਰਕੇ ਮਾਰਿਆ ਗਿਆ, ਤੇ ਹੁਣ ਮੇਰੇ ਕੋਲ ਕੋਈ ਵਿਹਾਰ ਨਹੀਂ ਕਰਨ ਵਾਸਤੇ ਆਪ ਜੀ ਕੋਈ ਹੋਰ ਵਿਹਾਰ ਦਿਓ ਜਿਹਦੇ ਨਾਲ ਮੈਂ ਆਪਣਾ ਜਿਹੜਾ ਘਰ ਦਾ ਗੁਜ਼ਾਰਾ ਹੈ ਉਹਨੂੰ ਫਿਰ ਚੰਗੇ ਢੰਗ ਨਾਲ ਤੋੜ ਸਕਾਂ। ਔਰ ਜਦੋਂ ਇਹ ਸਾਰੀ ਦੀ ਸਾਰੀ ਵਾਰਤਾ ਉਹਨੇ ਪਾਤਸ਼ਾਹ ਨਾਲ ਕੀਤੀ, ਆਪਣੇ ਰਾਜੇ ਨਾਲ, ਉਹਨੇ ਗੁਰੂ ਨਾਨਕ ਸਾਹਿਬ ਜੀ ਦਾ ਜ਼ਿਕਰ ਵੀ ਕੀਤਾ। ਗੁਰੂ ਨਾਨਕ ਪਾਤਸ਼ਾਹ ਦਾ ਜ਼ਿਕਰ ਜਦੋਂ ਕਰਦਾ ਬਾਦਸ਼ਾਹ ਦੇ ਅੱਗੇ, ਬਾਦਸ਼ਾਹ ਵੀ ਚੱਲ ਕੇ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਨ ਆਇਆ, ਉਹਨੇ ਵੀ ਸਤਿਗੁਰੂ ਅੱਗੇ ਸੀਸ ਨਿਵਾਇਆ, ਤੇ ਸੀਸ ਨਿਵਾਉਂਦਿਆਂ ਹੋਇਆਂ ਬਾਦਸ਼ਾਹ ਦੇ ਨੇ ਜਦੋਂ ਗੁਰੂ ਨਾਨਕ ਸਾਹਿਬ ਅੱਗੇ, ਤੇ ਮਾਲਕ ਪਾਤਸ਼ਾਹ ਨੇ ਰਾਜੇ ਨੂੰ ਵੀ ਉਪਦੇਸ਼ ਦਿੰਦਿਆਂ ਆਖਿਆ, ਕਹਿੰਦਾ ਰਾਜਨ, ਗੁਰੂ ਨਾਨਕ ਪਾਤਸ਼ਾਹ ਨੇ ਆਖਿਆ ਵੀ ਹੇ ਰਾਜਨ, ਖਿਆਲ ਰੱਖੋ ਰਾਜ ਗੱਦੀ ਉੱਤੇ ਬੈਠਣ ਤੋਂ ਬਾਅਦ ਵਿੱਚ ਕਦੇ ਮਤਾ ਮਨ ਅੰਦਰ ਸੱਤਾ ਦਾ ਹੰਕਾਰ ਆਵੇ, ਮਤਾ ਕਿਤੇ ਰਾਜ ਭਾਗ ਦਾ ਅਹੰਕਾਰ ਆਵੇ, ਸਗੋਂ ਸੱਤਾ ਔਰ ਤਾਕਤ ਆਉਣ ਤੋਂ ਬਾਅਦ ਵਿੱਚ ਕਦੇ ਇਨਸਾਫ ਕਰਨਾ ਨਾ ਭੁੱਲਿਓ। ਜਦੋਂ ਵੀ ਨਿਆਂ ਕਰਨਾ ਹੈ ਉਦੋਂ ਜਦੋਂ ਇਨਸਾਫ ਕਰਨਾ ਉਦੋਂ ਇਮਾਨਦਾਰੀ ਨਾਲ ਨਿਆਂ ਕਰਿਓ, ਔਰ ਕਦੇ ਵੀ ਕਿਸੇ ਨਾਲ ਬੇਇਨਸਾਫੀ ਨਾ ਕਰਨਾ। ਕਾਜੀ ਨਹਿ ਰਿਸ਼ਵਤ ਕਬ ਲੀਜੈ ਰੱਖੋ ਧਰਮ ਨਾ ਕਿਸੇ ਦੁਖ ਦੀਜੈ। ਕਵੀ ਜੀ ਨੇ ਜ਼ਿਕਰ ਕੀਤਾ ਵੀ ਜਿੱਥੇ ਰਾਜਨ ਆਪ ਚੱਲ ਕੇ ਆਇਆ, ਉੱਥੇ ਆਪਣੇ ਨਾਲ ਕਾਜ਼ੀ ਨੂੰ ਵੀ ਲੈ ਕੇ ਆਇਆ, ਆਪਣੇ ਨਾਲ ਕਈ ਹੋਰ ਸਾਥੀ ਲੈ ਕੇ ਆਇਆ, ਤੇ ਮਾਲਕ ਨੇ ਕਾਜ਼ੀ ਨੂੰ ਵੀ ਸੰਬੋਧਨ ਕਰਕੇ ਆਖਿਆ, ਕਹਿੰਦੇ ਕਾਜ਼ੀ ਨਹਿ ਰਿਸ਼ਵਤ ਕਬ ਲੀਜੈ, ਭਾਈ ਕਦੇ ਰਿਸ਼ਵਤ ਵੱਡੀ ਨਾ ਕਦੇ ਲਈ, ਰੱਖੋ ਧਰਮ ਨਾ ਕਿਸੇ ਦੁੱਖ ਦੀਜੈ, ਹਮੇਸ਼ਾ ਆਪਣੇ ਧਰਮ ਨੂੰ ਰੱਖਿਓ, ਹਮੇਸ਼ਾ ਇਨਸਾਫ ਕਰਿਓ, ਕਦੇ ਵੀ ਕਿਸੇ ਨੂੰ ਅਧਰਮੀ ਬਣ ਕੇ ਦੁੱਖ ਨਾ ਦੇਣਾ। ਸਤ ਸੰਗਤ ਮਿਲ ਸੇਵਾ ਕਰਨੀ ਮਨ
ਮਲੀਨਤਾ ਸਕਲੀ ਹਰਨੀ। ਔਰ ਸਤ ਸੰਗਤ ਵਿੱਚ ਮਿਲ ਕੇ ਨਿਤਾ ਪ੍ਰਤੀ ਰੱਬੀ ਪਿਆਰਿਆਂ ਦੀ ਸੇਵਾ ਕਰਨੀ ਔਰ ਇਸੇ ਤਰ੍ਹਾਂ ਆਪਣੇ ਮਨ ਦੀ ਜਿਹੜੀ ਮਲੀਨਤਾ ਹੈ ਉਹਨੂੰ ਦੂਰ ਕਰਨਾ। ਸਤਨਾਮ ਸਿਮਰੋ ਦਿਨ ਰਾਤੀ ਹਿਰਦੇ ਸ਼ਰਧਾ ਤਰ ਪਲ ਪਾਤੀ। ਇਸ ਤਰੀਕੇ ਸਤਿਗੁਰੂ ਜੀ ਫਿਰ ਆਖਦੇ ਕਹਿੰਦੇ ਰੱਬ ਜੀ ਦੇ ਨਾਮ ਨੂੰ ਨਿਤਾ ਪ੍ਰਤੀ ਸਿਮਰੋ ਔਰ ਉਹਨੂੰ ਸਿਮਰਦਿਆਂ ਹੋਇਆਂ ਆਪਣੇ ਹਿਰਦੇ ਦੇ ਵਿੱਚ ਉਹਦੇ ਪ੍ਰਤੀ ਹਰ ਵਕਤ ਸ਼ਰਧਾ ਭਾਵਨਾ ਰੱਖੋ। ਹਿਤ ਖੁਦਾਏ ਦਸਵੰਦ ਜੇ ਕੀਜੈ ਧਰਮ ਨਿਆਏ। ਔਰ ਧਰਮ ਦਾ ਨਿਆਂ ਕਰੋ, ਇਨਸਾਫ ਕਰੋ ਤੇ ਦਸਵੰਧ ਜਿਹੜਾ ਉਹ ਕਿਸੇ ਭਲੇ ਕਿਤੇ ਵਾਸਤੇ ਕਿਸੇ ਭਲੇ ਕਾਰਜ ਵਾਸਤੇ ਜ਼ਰੂਰ ਵਰਤੋ। ਮਤਲਬ ਦਸਵੰਧ ਰੱਖਦਿਆਂ ਹੋਇਆਂ ਲੋੜਵੰਦ ਦੀ ਸਹਾਇਤਾ ਕਰਦਿਆਂ ਜ਼ਰੂਰਤਮੰਦ ਦੀ ਜ਼ਰੂਰਤ ਪੂਰੀ ਕਰਦਿਆਂ ਧਰਮ ਦਾ ਹਮੇਸ਼ਾ ਇਨਸਾਫ ਕਰੋ। ਗਤ ਪ੍ਰਾਪਤ ਹੋਵੇ ਤੁਮੇ ਇਸ ਬਿਦ ਕਿਰਤ ਕਮਾਏ। ਇਸ ਤਰੀਕੇ ਨਾਲ ਜਦੋਂ ਆਪ ਜੀ ਕਰੋਗੇ ਤੇ ਆਪ ਜੀ ਨੂੰ ਗਤੀ ਮਿਲੇਗੀ, ਭਾਵ ਉੱਚੀ ਅਵਸਥਾ ਮਿਲੇਗੀ, ਮੁਕਤੀ ਦੀ ਦਾਤ ਮਿਲੇਗੀ। ਔਰ ਇਸ ਤਰੀਕੇ ਨਾਲ ਜੇ ਆਪ ਜੀ ਕਿਰਤ ਕਮਾਵੋਗੇ, ਇਸ ਤਰੀਕੇ ਨਾਲ ਆਪ ਜੀ ਕਰਮ ਕਰੋਗੇ। ਇਸ ਤਰੀਕੇ ਸਾਹਿਬ ਨੇ ਉੱਥੇ ਰਾਜੇ ਨੂੰ ਤੇ ਉਸ ਮਹਾਵਤ ਨੂੰ ਪ੍ਰਵਾਸ ਦਿੰਦਿਆਂ ਹੋਇਆਂ ਅਕਾਲ ਪੁਰਖ ਜੀ ਉੱਤੇ ਭਰੋਸਾ ਵਿਸ਼ਵਾਸ ਰੱਖਣ ਦੀ ਬਾਤ ਸਮਝਾਈ। ਉਸ ਤੋਂ ਬਾਅਦ ਵਿੱਚ ਮਾਲਕ ਪਾਤਸ਼ਾਹ ਜੀ ਅਗਾਂਹ ਕਿਵੇਂ ਕੌਤਕ ਵਰਤਾਉਂਦੇ ਤੇ ਕਿਹੜਾ ਪਾਵਨ ਉਪਦੇਸ਼ ਸਤਿਗੁਰੂ ਜੀ ਬਖਸ਼ਦੇ ਨੇ ਆਪ ਸੰਗਤਾਂ ਅਗਲੇਰੇ ਦੀਵਾਨਾਂ ਦੇ ਅੰਦਰ ਸਰਵਣ ਕਰੋਗੀਆਂ। ਨਾਲ ਨਾਲ ਆਪਾਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਪਾਵਨ ਜੀਵਨ ਵਿੱਚੋਂ ਵੀ ਸਤਿਗੁਰੂ ਜੀ ਦੇ ਪਾਏ ਹੋਏ ਪੂਰਨੇ ਮਾਲਕ ਜੀ ਕੇ ਦਿੱਤੇ ਹੋਏ ਉਪਦੇਸ਼ਾਂ ਨੂੰ ਵੀ ਸਾਂਝੀਆਂ ਕਰਦੇ ਚੱਲੀਏ। ਜਦੋਂ ਗੁਰੂ ਅਰਜਨ ਸਾਹਿਬ ਜੀ ਦਾ ਜੀਵਨ ਆਪਾਂ ਪੜ੍ਹਦੇ ਹਾਂ, ਗੁਰੂ ਅਰਜਨ ਪਾਤਸ਼ਾਹ ਜੀ ਦੇ ਜੀਵਨ ਦੀ ਆਰੰਭਤਾ ਸਨ 1563 ਈਸਵੀ ਦੇ ਵਿੱਚ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਗ੍ਰਹਿ ਵਿਖੇ ਔਰ ਮਾਤਾ ਭਾਨੀ ਜੀ ਦੀ ਕੁੱਖ ਤੋਂ ਜੀਵਨ ਦੀ ਆਰੰਭਤਾ ਹੁੰਦੀ ਹੈ 1563 ਵਿੱਚ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਜਦੋਂ ਭੱਟ ਸਾਹਿਬਾਨਾਂ ਨੇ ਸਾਹਿਬ ਦਾ ਜੀਵਨ ਵੇਖਿਆ, ਗੁਰੂ ਅਰਜਨ ਸਾਹਿਬ ਕੋਲ ਜਦੋਂ ਚੱਲ ਕੇ ਆਉਂਦੇ ਨੇ ਸਤਿਗੁਰੂ ਜੀ ਦਾ ਜਦੋਂ ਜੀਵਨ ਵੇਖਦੇ, ਪਿਛੋਕੜ ਬਾਰੇ ਜਦੋਂ ਸਾਰਾ ਕੁਝ ਪਤਾ ਲੱਗਾ ਤੇ ਭੱਟ ਸਾਹਿਬਾਨਾਂ ਨੇ ਆਪਣੀ ਰਚਨਾ ਤੋਂ ਇੱਕ ਬਚਨ ਆਖੇ, ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਲਈ ਲਫ਼ਜ਼ ਵਰਤਦਿਆਂ ਆਖਦੇ ਵੀ ਹੇ ਗੁਰੂ ਅਰਜਨ ਦੇਵ ਜੀਓ, ਆਪ ਜੀ ਨੇ ਜਨਮ ਤੋਂ ਹੀ ਗੁਰੂ ਦੀ ਮੱਤ ਔਰ ਬ੍ਰਹਮ ਇਹਨਾਂ ਦੋਨਾਂ ਨੂੰ ਪਛਾਣਿਆ ਹੈ। ਗੁਰੂ ਦੀ ਮੱਤ ਆਪ ਜੀ ਨੇ ਜਨਮ ਤੋਂ ਧਾਰਨ ਕੀਤੀ ਔਰ ਗੁਰੂ ਦੀ ਮੱਤ ਦੇ ਸਦਕਾ ਹੀ ਆਪ ਜੀ ਨੇ ਬ੍ਰਹਮ ਨੂੰ ਪਛਾਣਿਆ। ਬ੍ਰਹਮ ਮਤਲਬ ਪਰਮੇਸ਼ਵਰ, ਗੁਰਮਤਿ ਤੇ ਪਰਮੇਸ਼ਵਰ ਜੀ ਨਾਲ ਸਾਂਝ ਆਪ ਜੀ ਦੀ ਜਨਮ ਤੋਂ ਹੈ। ਕਿਉਂਕਿ ਇੱਕੋ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਜਿਨ੍ਹਾਂ ਦੀ ਜਦੋਂ ਆਪਾਂ ਪਰਿਵਾਰ ਦੀ ਬਾਤ ਕਰੀਏ, ਪਿਤਾ ਗੁਰੂ ਸਾਹਿਬ ਜੀ ਗੁਰੂ ਰਾਮਦਾਸ ਪਾਤਸ਼ਾਹ, ਜਦੋਂ ਨਾਨਾ ਜੀ ਦੀ ਬਾਤ ਕਰਦੇ ਹਾਂ ਤੇ ਨਾਨਾ ਜੀ ਧੰਨ ਗੁਰੂ ਅਮਰਦਾਸ ਪਾਤਸ਼ਾਹ, ਅਗਾਂਹ ਜਦੋਂ ਪੁੱਤਰ ਦੀ ਬਾਤ ਕਰਦੇ ਹਾਂ ਤੇ ਪੁੱਤਰ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ। ਇਹੋ ਕਾਰਨ ਹੈ ਵੀ ਜਦੋਂ ਧੰਨ ਗੁਰੂ ਅਰਜਨ ਸਾਹਿਬ ਜੀ ਦੀ ਦੇਖ ਰੇਖ ਪਰਵਰਿਸ਼ ਦੀ ਬਾਤ ਆਉਂਦੀ, ਸੰਭਾਲ ਦੀ ਬਾਤ ਆਉਂਦੀ ਹੈ ਤੇ ਉਹ ਗੁਰੂ ਪਾਤਸ਼ਾਹ ਜੀ ਦੇ ਨਜ਼ਰ ਗੁਰੂ ਸਾਹਿਬ ਜੀ ਦੇ ਅਧੀਨ ਹੀ ਉਹਨਾਂ ਦੀ ਨਜ਼ਰ ਅੰਦਾਜ਼ੀ ਦੇ ਵਿੱਚ ਹੀ ਸਤਿਗੁਰੂ ਜੀ ਦੀ ਪਰਵਰਿਸ਼ ਹੋਈ। ਸਾਰੀ ਸੰਸਾਰਿਕ ਵਿਦਿਆ ਦੀ, ਗੁਰਬਾਣੀ ਦੀ ਵਿਦਿਆ ਦੀ, ਚਾਹੇ ਸ਼ਸਤਰ ਵਿਦਿਆ ਦੀ ਗੱਲ ਕਰ ਲਓ, ਸਾਰਾ ਕੁਝ ਮਾਲਕ ਜੀ ਦੀ ਨਿਗਰਾਨੀ ਹੇਠਾਂ ਹੋਇਆ। ਗੁਰੂ ਅਮਰਦਾਸ ਸਾਹਿਬ ਜਦੋਂ ਗੁਰੂ ਅਰਜਨ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ ਉਦੋਂ ਗੁਰਤਾ ਗੱਦੀ ਦੇ ਉੱਤੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਤੇ ਉਦੋਂ ਗੁਰੂ ਅਮਰਦਾਸ ਸਾਹਿਬ ਜੀ ਇੱਕ ਲਫ਼ਜ਼ ਵਰਤਦੇ, ਦੋਹੇ ਥਾ ਬਾਣੀ ਕਾ ਬੋਹੇ ਥਾ, ਵੀ ਇਹ ਜਿਹੜਾ ਦੋਹਤਾ ਰੂਪ ਵਿੱਚ ਸ਼ਖਸ ਚੱਲ ਕੇ ਆਏ ਨੇ ਨਾ ਅੱਜ ਘਰ ਦੇ ਅੰਦਰ, ਇਹ ਬਾਣੀ ਦਾ ਇੱਕ ਬੜਾ ਵੱਡਾ ਜਹਾਜ਼ ਹੈ, ਬਾਣੀ ਦਾ ਇੱਕ ਬੜਾ ਵੱਡਾ ਬੋਹਿਤ ਹੈ। ਇਸੇ ਕਰਕੇ ਆਪਾਂ ਕਹਿ ਸਕਦੇ ਹਾਂ ਵੀ ਗੁਰੂ ਅਮਰਦਾਸ ਸਾਹਿਬ ਦੇ ਉਹ ਪਾਵਨ ਬਚਨ ਜਿਨ੍ਹਾਂ ਬਚਨਾਂ ਨੂੰ ਮਾਲਕ ਜੀ ਨੇ ਆਪਣੇ ਮੁਖਾਰਬਿੰਦ ਤੋਂ ਉਚਾਰਿਆ, ਉਹੀ ਬਚਨ ਅਟਲ ਸੱਚਾਈ ਦੇ ਵਿੱਚ ਜਿਸ ਦਿਨ ਆਏ ਤੇ ਉਸ ਦਿਨ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਸਭ ਤੋਂ ਵੱਧ ਬਾਣੀ ਮਾਲਕ ਜੀ ਨੇ ਆਪਣੀ ਰਚਨਾ ਤੋਂ ਉਚਾਰੀ ਔਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਸਰੂਪ ਆਦ ਬੀੜ ਦੇ ਰੂਪ ਵਿੱਚ ਸਾਡੀ ਝੋਲੀ ਅੰਦਰ ਪਾਇਆ। ਗੁਰਬਾਣੀ ਨੂੰ ਇਕੱਤਰ ਕਰਨ ਦੀ ਤਰਤੀਬ ਦੇ ਕੇ ਲਿਖਵਾਉਣ ਦੀ ਜ਼ਿੰਮੇਵਾਰੀ ਵੀ ਸਾਰੀ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਹਿੱਸੇ ਆਉਂਦੀ ਹੈ। ਜਿੱਥੇ ਸਾਹਿਬ ਜੀ ਦੇ ਲਈ ਲਫ਼ਜ਼ ਗੁਰੂ ਅਮਰਦਾਸ ਸਾਹਿਬ ਵਰਤਦੇ, ਦੋਹੇ ਥਾ ਬਾਣੀ ਕਾ ਬੋਹੇ ਥਾ, ਇਹ ਪੱਖ ਤੇ ਗੁਰੂ ਪਾਤਸ਼ਾਹ ਜੀ ਦੇ ਜੀਵਨ ਵਿੱਚੋਂ। ਹੁਣ ਖਿਆਲ ਕਰੀਏ, ਜੇ ਆਪਾਂ ਗੁਰੂ ਅਰਜਨ ਸਾਹਿਬ ਲਈ ਕੁਝ ਲਫ਼ਜ਼ ਵਰਤਦੇ ਹਾਂ, ਇੱਕ ਆਪਾਂ ਲਫ਼ਜ਼ ਅਕਸਰ ਸ਼ਹੀਦਾਂ ਦੇ ਸਰਤਾਜ ਕਹਿ ਕੇ ਨਵਾਜਦੇ ਹਾਂ, ਉਹਨਾਂ ਤੋਂ ਬਿਨਾਂ ਸ਼ਾਂਤੀ ਦੇ ਪੁੰਜ, ਜਿੱਥੇ ਅਸੀਂ ਸ਼ਾਂਤੀ ਦੇ ਪੁੰਜ ਕਹਿ ਕੇ ਨਵਾਜਦੇ ਹਾਂ ਨਾ, ਉੱਥੇ ਗੁਰੂ ਅਰਜਨ ਦੇਵ ਪਾਤਸ਼ਾਹ ਸੇਵਾ ਦੀ ਇੱਕ ਬੜੀ ਵੱਡੀ ਮਿਸਾਲ ਨੇ। ਗੁਰੂ ਅਰਜਨ ਸਾਹਿਬ ਦਾ ਕਿਤੇ ਜੀਵਨ ਪੜ੍ਹੋ, ਇਨਸਾਨ ਨੂੰ ਕਿਤੇ ਇੱਕ ਨਿੱਕਾ ਜਿਹਾ ਅਹੁਦਾ ਮਿਲ ਜਾਏ ਨਾ, ਨਿੱਕਾ ਜਿਹਾ ਅਹੁਦਾ, ਤੇ ਇਨਸਾਨ ਦੇ ਬੋਲਣ ਦਾ ਤਰੀਕਾ ਤੱਕ ਬਦਲ ਜਾਂਦਾ ਹੈ, ਬੋਲਣ ਦਾ ਤਰੀਕਾ ਬਦਲ ਜਾਂਦਾ, ਵਿਚਰਨ ਦਾ ਤਰੀਕਾ ਬਦਲ ਜਾਂਦਾ, ਉੱਠਣ ਬੈਠਣ ਦਾ ਢੰਗ ਬਦਲ ਜਾਂਦਾ, ਸਿਰਫ ਇੱਕ ਨਿੱਕਾ ਅਹੁਦਾ ਮਿਲ ਜਾਏ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਗੁਰਤਾ ਗੱਦੀ ਉੱਪਰ ਸੁਭਾਏਮਾਨ ਨੇ, ਦੀਨ ਦੁਨੀਆ ਦੀ ਬਾਦਸ਼ਾਹੀ ਕੋਲੇ ਹੈ, ਸਾਰੇ ਦਾ ਸਾਰਾ ਸੰਸਾਰ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਅੱਗੇ ਆ ਕੇ ਨਿਭਦਾ ਹੈ। ਇੱਥੋਂ ਤੱਕ ਉਹ ਸ਼ਖਸੀਅਤਾਂ ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਬਖਸ਼ਿਸ਼ਾਂ ਦਿੱਤੀਆਂ ਹੋਈਆਂ, ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, ਉਹ ਸ਼ਖਸੀਅਤਾਂ ਵੀ ਗੁਰੂ ਅਰਜਨ ਸਾਹਿਬ ਅੱਗੇ ਆ ਕੇ ਨਿਭਦੀਆਂ, ਸੀਸ ਨਿਭਾਉਂਦੀਆਂ ਨੇ। ਹੁਣ ਅਹੁਦਾ ਤੇ ਬੜਾ ਵੱਡਾ ਹੈ, ਸਾਰੀ ਦੀਨ ਦੁਨੀਆ ਦੇ ਮਾਲਕ ਨੇ ਔਰ ਮਾਲਕ ਜੀ ਦੇ ਦਰਸ਼ਨ ਕਰਨ ਵਾਸਤੇ ਹੀ ਸੰਗਤਾਂ ਚੱਲ ਕੇ ਆ ਰਹੀਆਂ। ਵੇਖੋ ਅਹੁਦਾ ਹੋਵੇ ਨਾ, ਉਹਦੇ ਅਨੁਸਾਰੀ ਇਨਸਾਨ ਦੀ ਬੋਲ ਚਾਲ ਬਦਲਦੀ ਹੈ, ਖਾਸ ਕਰਕੇ ਉਦੋਂ ਜਦੋਂ ਪਤਾ ਲੱਗਦਾ ਵੀ ਇਹ ਮੇਰੇ ਤੱਕ ਹੀ ਆਇਆ ਹੈ, ਇਹਨੇ ਮੇਰੇ ਤੋਂ ਹੀ ਲੋੜ ਕਢਾਉਣੀ ਹੈ, ਇਹਨੇ ਕਰਮ ਮੇਰੇ ਤੋਂ ਹੀ ਕਰਵਾਉਣਾ ਹੈ, ਉਦੋਂ ਇਨਸਾਨ ਆਪਣੇ ਅਹੁਦੇ ਦਾ ਗੁਮਾਨ ਕਰਦਾ। ਗੁਰੂ ਅਰਜਨ ਸਾਹਿਬ ਜਾਣਦੇ ਨੇ ਚਾਰਾਂ ਦਿਸ਼ਾਵਾਂ ਵਿੱਚੋਂ ਚੱਲ ਕੇ ਆਈਆਂ ਸੰਗਤਾਂ ਮੇਰੇ ਦਰਸ਼ਨਾਂ ਨੂੰ ਆਈਆਂ ਨੇ, ਇਹਨਾਂ ਨੇ ਦੀਦਾਰ ਕਰਨੇ, ਇਹਨਾਂ ਨੇ ਦਰਸ਼ਨ ਕਰਨੇ, ਦਰਸ਼ਨ ਕਰਕੇ ਇਹਨਾਂ ਨੇ ਭੇਟਾਵਾਂ ਵੀ ਅਰਪਣ ਕਰਨੀਆਂ ਤੇ ਇਹਨਾਂ ਨੇ ਫਿਰ ਦਾਤ ਵੀ ਸਾਡੇ ਕੋਲੋਂ ਮੰਗਣੀ ਹੈ। ਜੇ ਇਸ ਪੱਖ ਨੂੰ ਵੇਖਾਂਗੇ ਤੇ ਪਰ ਸਤਿਗੁਰੂ ਜੀ ਨੇ ਕਦੇ ਆਪਣੇ ਹਿਰਦੇ ਵਿੱਚ ਗੁਮਾਨ ਨਹੀਂ, ਕਦੇ ਆਪਣੇ ਹਿਰਦੇ ਅੰਦਰ ਅਹੰਕਾਰ ਨਹੀਂ, ਸਗੋਂ ਮਾਲਕ ਨੇ ਆਪਣੇ ਅੰਦਰਲੀ ਨਿਮਰਤਾ ਭਾਵ ਤੇ ਆਪਣੇ ਅੰਦਰਲੇ ਪ੍ਰੇਮ ਭਾਵ ਨੂੰ ਪ੍ਰਗਟਾਇਆ। ਨਿਮਰਤਾ ਭਾਵ ਨੂੰ ਪ੍ਰਗਟਾਉਂਦਿਆਂ ਸਤਿਗੁਰੂ ਕੀ ਕਰਦੇ, ਜਿਹੜੀਆਂ ਦੂਰ ਦੁਰਾਡੇ ਤੋਂ ਚੱਲ ਕੇ ਆਈਆਂ ਸੰਗਤਾਂ ਨੇ ਨਾ, ਮਾਤਾ ਗੰਗਾ ਜੀ ਨਾਲ ਮਿਲ ਕੇ ਰੋਜ਼ਾਨਾ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਉਹਨਾਂ ਦੇ ਮੁੱਠੀ ਚਾਪੀ ਜਾ ਕੇ ਆਪ ਆਪਣੇ ਹੱਥੀਂ ਕਰਦੇ, ਉਹਨਾਂ ਸੇਵਕਾਂ, ਉਹਨਾਂ ਸਿੱਖਾਂ ਦੇ ਜਿਹੜੇ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਦਰਸ਼ਨ ਔਰ ਦੀਦਾਰ ਕਰਨ ਆਏ, ਉਹਨਾਂ ਦੇ ਜੋੜੇ ਝਾੜਨ ਦੀ ਸੇਵਾ ਗੁਰੂ ਅਰਜਨ ਦੇਵ ਪਾਤਸ਼ਾਹ ਆਪ ਕਰਦੇ ਨੇ। ਸੇਵਾ ਦਾ ਪੁੰਜ ਜਦੋਂ ਆਪਾਂ ਗੁਰੂ ਅਰਜਨ ਸਾਹਿਬ ਨੂੰ ਵੇਖਾਂਗੇ, ਫਿਰ ਲਾਹੌਰ ਦੀ ਧਰਤੀ ਉੱਤੇ ਕਾਲ ਪੈ ਜਾਣਾ, ਲਾਹੌਰ ਦੀ ਧਰਤੀ ਉੱਤੇ ਚੇਚਕ ਦੀ ਬਿਮਾਰੀ ਦਾ ਫੈਲ ਜਾਣਾ, ਫਿਰ ਵੀ ਜਾ ਕੇ ਇਲਾਕੇ ਦੇ ਅੰਦਰ ਇਕੱਲੇ ਇਕੱਲੇ ਅਸਥਾਨ ਦੇ ਉੱਤੇ ਇਕੱਲੀ ਇਕੱਲੀ ਗਲੀ ਵਿੱਚ ਜਾ ਕੇ ਦੁਖੀਆਂ ਦਰਦਵੰਦਾਂ ਦੀ ਅਰਜ਼ੋਈਆਂ ਨੂੰ ਸੁਣਦਿਆਂ, ਉਹਨਾਂ ਦੇ ਦੁੱਖਾਂ ਨੂੰ ਵੇਖਦਿਆਂ, ਉਹਨਾਂ ਦੀਆਂ ਤਕਲੀਫਾਂ ਨੂੰ ਵੇਖਦਿਆਂ ਜਾ ਕੇ ਉਹਨਾਂ ਦਾ ਇਲਾਜ ਕਰਨਾ, ਉਹਨਾਂ ਦੀ ਮਲਮ ਪੱਟੀ ਦਾ ਪ੍ਰਬੰਧ ਕਰਨਾ, ਉਹਨਾਂ ਦੇ ਵਾਸਤੇ ਰਹਿਣ ਦਾ, ਉਹਨਾਂ ਦੇ ਵਾਸਤੇ ਭੋਜਨ ਦਾ, ਉਹਨਾਂ ਦੇ ਵਾਸਤੇ ਹਰ ਇੱਕ ਵਸਤੂ ਦਾ ਪ੍ਰਬੰਧ ਕਰਨਾ, ਇਹ ਵੀ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਹਿੱਸੇ ਆਇਆ। ਫਿਰ ਉਹਦੇ ਲਈ ਭਾਵੇਂ ਆਪਣੇ ਪੁੱਤਰ ਗੁਰੂ ਹਰਗੋਬਿੰਦ ਸਾਹਿਬ ਦੇ ਉੱਤੇ ਕਿਉਂ ਨਹੀਂ ਦੁੱਖ ਵੇਖਣਾ ਪਿਆ, ਸਾਹਿਬ ਨੇ ਉਹ ਵੀ ਵੇਖਿਆ। ਕਿਉਂਕਿ ਗੁਰੂ ਪਾਤਸ਼ਾਹ ਜੀ ਦੀ ਜਦੋਂ ਨਿਮਰਤਾ ਭਾਵ ਦਾ ਆਪਾਂ ਜ਼ਿਕਰ ਕਰਦੇ ਹਾਂ, ਫਿਰ ਉਸ ਤੋਂ ਉਪਰੰਤ ਇਕੱਲਾ ਬਾਣੀ ਆਧਾਰ ਨਹੀਂ,
ਜਿੱਥੇ ਗੁਰਬਾਣੀ ਦਾ ਖਜ਼ਾਨਾ ਗੁਰੂ ਅਰਜਨ ਸਾਹਿਬ ਨੇ ਸਾਡੀ ਝੋਲੀ ਵਿੱਚ ਪਾਇਆ, ਉੱਥੇ ਮਲਕ ਪਾਤਸ਼ਾਹ ਨੇ ਕੇਂਦਰੀ ਅਸਥਾਨ ਦੇ ਰੂਪ ਵਿੱਚ, ਕਿ ਜਦੋਂ ਗੁਰੂ ਨਾਨਕ ਸਾਹਿਬ ਜੀ ਸਰੀਰਕ ਤੌਰ 'ਤੇ ਨੇ, ਉਦੋਂ ਕਰਤਾਰਪੁਰ ਸਾਹਿਬ ਕੇਂਦਰੀ ਅਸਥਾਨ ਹੈ। ਵੱਖ-ਵੱਖ ਇਲਾਕਿਆਂ ਦੇ ਵਿੱਚ ਗੁਰੂ ਨਾਨਕ ਸਾਹਿਬ ਨੂੰ ਉਧਰ ਇਲਾਕੇ ਦੇ ਵਿੱਚ ਰਹੇ, ਮਲਕ ਨੇ ਉੱਥੇ ਅਸਥਾਨ ਬਣਾਇਆ ਜਿੱਥੇ ਸਿੱਖ ਇਕੱਠੇ ਹੁੰਦੇ। ਜਦੋਂ ਗੁਰੂ ਅੰਗਦ ਦੇ ਪਾਤਸ਼ਾਹ ਜੀ ਗੁਰਤਾ ਗੱਦੀ ਤੇ ਬਿਰਾਜਮਾਨ ਹੁੰਦੇ ਤੇ ਕੇਂਦਰੀ ਅਸਥਾਨ ਖਡੂਰ ਸਾਹਿਬ ਹੈ। ਗੁਰੂ ਅਮਰਦਾਸ ਪਾਤਸ਼ਾਹ ਜੀ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ, ਕੇਂਦਰੀ ਅਸਥਾਨ ਗੋਇੰਦਵਾਲ ਸਾਹਿਬ ਹੈ। ਗੁਰੂ ਰਾਮਦਾਸ ਪਾਤਸ਼ਾਹ ਜੀ ਗੁਰਤਾ ਗੱਦੀ ਦੇ ਉੱਤੇ ਬਿਰਾਜਮਾਨ ਹੁੰਦੇ ਤੇ ਕੇਂਦਰੀ ਅਸਥਾਨ ਅੰਮ੍ਰਿਤਸਰ ਸਾਹਿਬ ਰਾਮਦਾਸਪੁਰ ਬਣਦਾ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਗੁਰਤਾ ਗੱਦੀ ਦੇ ਉੱਪਰ ਸੁਭਾਈਮਾਨ ਹੁੰਦੇ ਹਰਮੰਦਰ ਸਾਹਿਬ ਰੂਪ ਵਜੋਂ ਇੱਕ ਕੇਂਦਰੀ ਅਸਥਾਨ, ਦੂਜਾ ਤਰਨ ਤਾਰਨ ਸਾਹਿਬ ਦੇ ਰੂਪ ਵਜੋਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਸਾਡੀ ਝੋਲੀ 'ਚ ਇੱਕ ਅਸਥਾਨ ਹੋਰ ਪਾਉਂਦੇ ਨੇ। ਫਿਰ ਉਹ ਤਰਨ ਤਾਰਨ ਸਾਹਿਬ ਦਾ ਕੇਂਦਰੀ ਅਸਥਾਨ ਰੂਪ ਵਜੋਂ ਸਿੱਖਾਂ ਦੀ ਝੋਲੀ ਵਿੱਚ ਉਹ ਇਮਾਰਤ ਪਾ ਕੇ ਨਾਲ ਮਲਕ ਪਾਤਸ਼ਾਹ ਨੇ ਸਮਤਾ, ਬਰਾਬਰਤਾ, ਉਹ ਸਾਰਾ ਕੁਝ ਉੱਥੇ ਸਰੋਵਰ ਰੂਪ ਵਿੱਚ ਵਜੋਂ ਤਿਆਰ ਕਰਾ ਕੇ ਅਸਥਾਨ, ਉੱਥੇ ਫਿਰ ਸਮਤਾ ਦਾ ਉਪਦੇਸ਼, ਬਰਾਬਰਤਾ ਦਾ ਉਪਦੇਸ਼ ਦਿੱਤਾ। ਨਾਲ ਮਲਕ ਪਾਤਸ਼ਾਹ ਨੇ ਉੱਥੇ ਦਵਾਖਾਨੇ ਖੋਲ੍ਹ ਕੇ ਫਿਰ ਜੋ ਜੀ ਆਏ ਸੋ ਰਾਜੀ ਜਾਏ ਦਾ ਉਪਦੇਸ਼ ਮਲਕ ਪਾਤਸ਼ਾਹ ਨੇ ਫਿਰ ਦ੍ਰਿੜ ਕਰਵਾਇਆ। ਇਸ ਤਰੀਕੇ ਸਤਿਗੁਰੂ ਜੀ ਸਮਾਜ ਦੀ ਨੁਹਾਰ ਨੂੰ ਬਦਲਦੇ ਨੇ। ਇਸ ਤਰੀਕੇ ਸਤਿਗੁਰੂ ਜੀ ਨੇ ਫਿਰ ਸਮਾਜ ਦੀ ਨੁਹਾਰ ਨੂੰ ਤਬਦੀਲ ਕੀਤਾ। ਔਰ ਮਲਕ ਪਾਤਸ਼ਾਹ ਜੀ ਨੇ ਜਿੱਥੇ ਸਾਰਿਆਂ ਨੂੰ, ਕਿ ਜਿਹੜਾ ਵੀ ਚੱਲ ਕੇ ਆਉਂਦਾ ਮਲਕ ਪਾਤਸ਼ਾਹ ਦੇ ਦਰ ਉੱਤੇ ਸਤਿਗੁਰੂ ਜੀ ਉਹਨੂੰ ਆਪਣੇ ਦਰੋਂ ਘਰੋਂ ਵਰੋਸਾ ਕੇ ਭੇਜਦੇ ਨੇ। ਜਿੰਨੇ ਜਿਹੜੀ ਦਾਤ ਸਾਹਿਬ ਕੋਲੋਂ ਆ ਕੇ ਮੰਗੀ, ਜੋ ਵਸਤੂ, ਜੋ ਪਦਾਰਥ ਆ ਕੇ ਮੰਗੇ, ਮਲਕ ਪਾਤਸ਼ਾਹ ਜੀ ਉਹ ਵਸਤੂਆਂ, ਉਹ ਦਾਤਾਂ ਦੇ ਕੇ ਉਹਨਾਂ ਨੂੰ ਨਿਵਾਜਦੇ ਨੇ। ਇੱਥੋਂ ਤੱਕ ਜਿਸ ਵਕਤ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਗੁਰਤਾ ਗੱਦੀ ਦੇ ਉੱਪਰ ਸੁਭਾਈਮਾਨ ਹੁੰਦੇ ਨੇ, ਗੁਰੂ ਰਾਮਦਾਸ ਪਾਤਸ਼ਾਹ ਨੇ ਜ਼ਿੰਮੇਵਾਰੀ ਦਿੱਤੀ। ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਟਲਾਣਾ ਕਰ ਜਾਣ ਤੋਂ ਬਾਅਦ ਵਿੱਚ ਵੱਡੇ ਭਰਾਤਾ ਬਾਬਾ ਪ੍ਰਿਥੀ ਚੰਦ ਜੀ ਵੱਲੋਂ ਵਿਰੋਧ ਵੀ ਕੀਤਾ ਜਾਂਦਾ ਹੈ। ਬਾਬਾ ਪ੍ਰਿਥੀ ਚੰਦ ਜੀ ਵੱਲੋਂ ਵਿਰੋਧ ਹੋਇਆ, ਇੰਨਾ ਵਿਰੋਧ ਹੋਇਆ ਕਿ ਜਿਸ ਵਕਤ ਦਸਤਾਰ ਦੀ ਰਸਮ ਗੁਰੂ ਅਰਜਨ ਸਾਹਿਬ ਜੀ ਦੀ ਅਦਾ ਕੀਤੀ ਜਾਣੀ ਹੈ, ਉਸ ਵਕਤ ਬਾਬਾ ਪ੍ਰਿਥੀ ਚੰਦ ਆ ਕੇ ਬਾਬਾ ਬੁੱਢਾ ਜੀ ਦੇ ਹੱਥੋਂ ਦਸਤਾਰ ਵੀ ਖੋਹ ਲੈਂਦੇ ਵੀ ਇਹ ਦਸਤਾਰ ਦੀ ਜ਼ਿੰਮੇਵਾਰੀ, ਇਹ ਰਸਮ ਮੇਰੀ ਹੈ ਤੇ ਇਹ ਦਸਤਾਰ ਵੀ ਮੇਰੀ ਵੱਡਾ ਸੁਪੁੱਤਰ ਹੋਣ ਦੇ ਨਾਤੇ। ਗੁਰੂ ਅਰਜਨ ਸਾਹਿਬ ਨੇ ਉਦੋਂ ਵੀ ਨਿਮਰਤਾ ਭਾਵ, ਪ੍ਰੇਮ ਭਾਵ ਪ੍ਰਗਟਾਉਂਦਿਆਂ ਇਹੋ ਆਖਿਆ ਸੀ ਵੀ ਦਸਤਾਰ ਵੱਡੇ ਭਰਾਤਾ ਜੀ ਨੂੰ ਦੇ ਦਿੱਤੀ ਜਾਏ। ਉਦੋਂ ਸਿੱਖ ਸੰਗਤਾਂ ਵੀ ਜਾਣ ਸਾਰੇ, ਕਿਉਂਕਿ ਇਸ ਕੌਤਕ ਤੋਂ ਬਾਅਦ ਵਿੱਚ ਇਹਨਾਂ ਹਾਲਾਤਾਂ ਕਿੱਥੇ ਬਾਬਾ ਪ੍ਰਿਥੀ ਚੰਦ ਇਸ ਗੱਲ ਦਾ ਪ੍ਰਗਟਾਵਾ ਕਰ ਰਹੇ ਵੀ ਮੈਂ ਗੁਰੂ ਹਾਂ। ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਆਖਣ ਦੀ ਜ਼ਰੂਰਤ ਨਹੀਂ ਪਈ, ਕਿਉਂਕਿ 4 ਮਹਿਲਾਂ ਤੱਕ ਸਾਰੀ ਸਿੱਖ ਸੰਗਤ ਵੇਖ ਚੁੱਕੀ ਗੁਰੂ ਪਾਤਸ਼ਾਹ ਦੇ ਜੀਵਨ ਵਿਚਲੇ ਗੁਣ। ਉਹਨਾਂ ਗੁਣਾਂ ਦਾ ਜਦੋਂ ਪ੍ਰਗਟਾਵਾ ਹੋਇਆ ਤੇ ਉਹ ਗੁਣ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਜੀਵਨ ਵਿੱਚੋਂ ਪ੍ਰਗਟ ਹੁੰਦੇ, ਜਿਸ ਕਰਕੇ ਜਦੋਂ ਸਿੱਖ ਸੰਗਤਾਂ ਦੇ ਨਿਵਣ ਦੀ ਬਾਤ ਆਈ, ਸਿੱਖ ਸੰਗਤਾਂ ਦੇ ਸੀਸ ਨਿਵਾਉਣ ਦੀ ਬਾਤ ਆਈ, ਤੇ ਸਾਰੀਆਂ ਸੰਗਤਾਂ ਆ ਕਰਕੇ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਅੱਗੇ ਸਿਰ ਨਿਵਾਉਂਦੀਆਂ। ਇਸੇ ਕਰਕੇ ਭੱਟ ਸਾਹਿਬਾਨਾਂ ਨੇ ਜਦੋਂ ਆਪਣੀ ਰਚਨਾ ਤੋਂ ਬਚਨ ਆਖੇ ਤੇ ਉਹ ਇਹੋ ਕਹਿੰਦੇ, ਤਤ ਵਿਚਾਰ ਯਹ ਮਥੁਰਾ ਜਗ ਤਾਰਨ ਕਉ ਅਵਤਾਰ ਬਣਾਇਓ, ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋੜ ਗਰਭ ਨਾ ਆਇਓ। ਸਤਿਗੁਰੂ ਪਾਤਸ਼ਾਹ ਕਿਤੇ ਰਹਿਮਤ ਕਰਨ, ਸਾਡੇ ਸਿਰਾਂ ਉੱਤੇ ਆਪ ਆਪਣਾ ਬਖਸ਼ਿਸ਼ ਭਰਿਆ ਹੱਥ ਰੱਖਣ, ਕਿਤੇ ਮਾਲਕ ਜੀ ਕੇ ਪਾਏ ਪੂਰਨਿਆਂ ਦੇ ਉੱਤੇ ਚੱਲਣ ਦੀ ਜਾਂਚ ਆ ਜਾਏ। ਉਹਨਾਂ ਦਰਸਾਏ ਮਾਰਗਾਂ ਤੇ ਚੱਲਦਿਆਂ ਹੋਇਆਂ ਸਾਡੇ ਵੀ ਇਹ ਲੋਕ ਸੁਖੀਏ, ਪਰਲੋਕ ਸੁਹੇਲੇ, ਨਾਨਕ ਹਰ ਰੱਬ ਆਪੇ ਮੇਲੇ। ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਬਖਸ਼ਣੀ। ਆਪ ਸਰਬੱਤ ਸੰਗਤ ਨੂੰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਬੇਅੰਤ ਵਧਾਈਆਂ ਹੋਣ ਜੀ। ਬੁਲਾਓ ਫਤਿਹ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।